गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम, तुसी सुन रहे हो रंग एफएम। ਆਪਣੇ ਰਸਤੇ ਸੋਚ ਸੁਤੰਤਰ, ਮਰਦਾਂ ਦੇ ਹੱਥ ਡੋਰ ਨਹੀਂ। ਸੰਘਰਸ਼ਾਂ ਨੇ ਸਿੱਧ ਕਰ ਦਿੱਤਾ ਹੁਣ ਔਰਤ ਕਮਜ਼ੋਰ ਨਹੀਂ। ਹਰ ਤਹਿਰੀਰ ਸਫਲ ਹੋਈ ਇਸ ਦੇ ਜਜ਼ਬੇ ਹਿੰਮਤ ਕਾਰਨ। ਚੱਲੀ ਹੈ ਹਰ ਮੁਸ਼ਕਿਲ ਇਸਨੇ, ਮੱਠੀ ਕੀਤੀ ਤੋਰ ਨਹੀਂ। ਇਹ ਔਰਤ ਤੂੰ ਮੋਹ ਦੀ ਮੂਰਤ, ਇਹ ਔਰਤ ਤੂੰ ਮੁਖ ਦੀ ਮੂਰਤ। ਚੰਡੀ ਵੀਏ ਵਕਤ ਪਏ ਤੇ ਕੁਦਰਤ ਤੇ ਸਿਰਜਣ ਦੇ ਅੰਦਰ। ਤੇਰੇ ਵਰਗਾ ਹੋਰ ਨਹੀਂ, ਕੋਈ ਤੇਰੇ ਵਰਗਾ ਹੋਰ ਨਹੀਂ। ਰੇਡੀਓ ਰੰਗ ਐਫਐਮ ਸੁਣਦੇ ਅਜ਼ੀਜ਼ ਦੋਸਤੋ, ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਜਿੰਦਰ ਕੌਰ ਕਾਲੂ, ਤੇ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਈਵਨਿੰਗ, ਆਦਾਬ, ਸਲਾਮ। ਦੋਸਤੋ, ਅੱਜ ਫੇਰ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਕਲਮਾਂ ਦੇ ਰੂਬਰੂ ਲੈ ਕੇ। ਤੇ ਅੱਜ ਜਿਸ ਮਾਣਮੱਤੀ ਸ਼ਖਸੀਅਤ ਦੇ ਨਾਲ ਤੁਹਾਡੀ ਅਸੀਂ ਰੂਬਰੂ ਕਰਵਾ ਰਹੇ ਹਾਂ, ਉਹ ਲੁਧਿਆਣਾ ਦੇ ਪਿੰਡ ਖੇੜਾ 'ਚ ਪੈਦਾ ਹੋਈ, ਕੈਨੇਡਾ ਦੇ ਚਿਲੀਵੈਕ ਵੈਟਰਨਰੀ ਹਸਪੀਟਲ ਦੀ ਮੈਨੇਜਿੰਗ ਡਾਇਰੈਕਟਰ ਵਜੋਂ ਕੰਮ ਕਰ ਰਹੀ ਤੇ ਆਪਣੀ ਕਲਮ ਦੀ ਮਹਿਕ ਸਮੁੱਚੇ ਸੰਸਾਰ ਵਿੱਚ ਵਿਖੇ ਰਹੀ ਹੈ। ਤਾਹਾਂ ਪੁਰਸਕਾਰ ਨਾਲ ਸਨਮਾਨਿਤ ਇੱਕ ਪ੍ਰਸਿੱਧ ਨਾਵਲਕਾਰ, ਕਹਾਣੀਕਾਰ, ਇੱਕ ਸ਼ਾਇਰਾ, ਇੱਕ ਖੂਬਸੂਰਤ ਇਨਸਾਨ ਹਰਕੀਰਤ ਕੌਰ ਚਹਿਲ। ਹਰਕੀਰਤ ਜੀ, ਸਾਡੇ ਪ੍ਰੋਗਰਾਮ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ ਸਤਿੰਦਰ ਕਾਲੋ ਜੀ, ਤੇ ਤੁਹਾਡਾ ਸਾਰਿਆਂ ਦਾ ਤੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਸ ਤੋਂ ਪਹਿਲੇ ਕਿ ਅਸੀਂ ਇਹਨਾਂ ਨਾਲ ਗੱਲਬਾਤ ਸ਼ੁਰੂ ਕਰੀਏ, ਰੇਡੀਓ ਰੰਗ ਐਫਐਮ ਦੀ ਪੂਰੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਨੇ ਅਜਿਹੀ ਮਾਣਮੱਤੀ ਕਲਮ ਤੇ ਰੂਬਰੂ ਕਰਵਾਉਣ ਦਾ ਸਾਨੂੰ ਤੁਹਾਡੇ ਨਾਲ ਮੌਕਾ ਦਿੱਤਾ। ਤੇ ਇਸ ਤੋਂ ਪਹਿਲੇ ਇਹਨਾਂ ਨੂੰ ਇੱਕ ਸਮਰਪਿਤ ਛੋਟੀ ਜੀ ਇਹਨਾਂ ਦੇ ਬਾਰੇ ਵੀਡੀਓ ਹੈ, ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਆਓ ਦੇਖਦੇ ਹਾਂ ਇਹਨਾਂ ਦੀ ਇੱਕ ਵੀਡੀਓ।
ਜੀ ਹਰਕੀਰਤ ਜੀ, ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ 'ਚ ਤੇ ਆਪ ਦੀ ਸਮਰਪਣ 'ਚ ਚੰਦ ਲਾਈਨਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕਰਾਂਗੇ। ਸੋਹਰਾਂ ਦੇ ਅਸੀਂ ਫੁੱਲ ਵੇ ਲੋਕੋ ਗੀਤਾਂ ਦੇ ਵਿੱਚ ਗਾਏ, ਚਿੱਟੇ ਚਾਨਣ ਵਰਗੇ ਵਾਕਸ ਭੁੱਖ ਕਦੇਸ ਨਾ ਜਾਏ, ਮੋਹ ਮਮਤਾ ਦੇ ਸਾਕ ਪਿਆਰੇ ਚ ਸਮਾਏ, ਉਜੜੇ ਬਾਗੀ ਮਾਲਣਾ ਸੂਰਜਮੁਖੀ ਖਿੜਾਏ, ਹਰੀਆਂ ਵੇਲਾਂ ਚਾੜ ਬਨੇਰੀ ਕਰ ਸਾਡੇ ਮਹਿਕਾਏ, ਸੁਣ ਮਸਲੀਆਂ ਪੱਗ ਡੰਡੀਆਂ ਤੇ ਮੰਜ਼ਿਲਾਂ ਤਾਈਂ ਅਪੜਾਏ, ਔਰਤ ਦਾ ਤਨ ਪਾਕ ਵੇ ਲੋਕੋ ਜਗ ਨਾਲ ਸਾਂਝ ਪਵਾਈ, ਜਗ ਨਾਲ ਸਾਂਝ ਪਵਾਈ। ਦੋਸਤੋ, ਅੱਜ ਅਸੀਂ ਜਿਸ ਮਾਨਮਤੀ ਸ਼ਖਸੀਅਤ ਨਾਲ ਆਪ ਦੀ ਰੂਬਰੂ ਕਰਵਾਉਣ ਜਾ ਰਹੇ ਹਾਂ, ਉਹਨਾਂ ਨੇ ਪਰੀਆਂ ਸੰਗ ਪ੍ਰਵਾਸ ਕਹਾਣੀ ਸੰਗ੍ਰਹਿ, ਤੇਰੇ ਬਾਝੋਂ ਨਾਵਲ, ਕੋਹਰਾਂ ਦੇ ਫੁੱਲ ਨਾਵਲ, ਆਦਮ ਗ੍ਰਹਿਣ ਨਾਵਲ, ਇੰਚ ਪਰਦੇਸਣ ਹੋਈ ਸਵੇ ਜੀਵਨੀ ਅੰਸ਼ ਤੇ ਲੱਠੇ ਲੋਕ ਲਾਹੌਰ ਦੇ ਪਾਕਿਸਤਾਨੀ ਸਫ਼ਰਨਾਮਾ, ਉਹਨਾਂ ਦੇ ਬਹੁਤ ਮਕਬੂਲ ਕਿਤਾਬਾਂ ਨੇ ਜਿਹੜੀਆਂ ਕਿ ਪੂਰੇ ਸਾਹਿਤ ਜਗਤ ਦੇ ਵਿੱਚ ਬਹੁਤ ਹੀ ਮਸ਼ਹੂਰ ਹੋਈਆਂ ਤੇ ਬਹੁਤ ਹੀ ਉਹਨਾਂ ਦੀਆਂ ਇਹ ਵਧੀਆ ਕਿਤਾਬਾਂ ਨੇ। ਤੇ ਉਹਨਾਂ ਨੂੰ ਉਹਨਾਂ ਦੀ ਕਿਤਾਬ ਆਦਮ ਗ੍ਰਹਿਣ ਬਦਲੇ ਟਾਹਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਬਦਲੇ ਉਹਨਾਂ ਨੂੰ $25,000 ਕੈਨੇਡੀਅਨ ਮਿਲਿਆ। ਇੱਕ ਔਰਤ ਨੂੰ ਪਹਿਲੀ ਵਾਰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਵਿੱਚ ਆਪ ਨੇ ਤੀਸਰੇ ਲਿੰਗ ਦੀ ਤਰਾਸਦੀ ਭਰੀ ਅਤੇ ਕਠਿਨ ਜ਼ਲਾਲਤਾ ਵਾਲੇ ਜੀਵਨ ਵੱਲ ਸਮਾਜ ਦਾ ਧਿਆਨ ਖਿੱਚਣ ਦਾ ਯਤਨ ਕੀਤਾ ਹੈ। ਇੱਕ ਬਹੁਤ ਹੀ ਸ਼ਾਹਕਾਰ ਨਾਵਲ ਹੈ। ਇਸ ਤੋਂ ਪਹਿਲਾਂ ਵੀ ਜਿਹੜੇ ਇਹਨਾਂ ਨੇ ਨਾਵਲ ਲਿਖੇ, ਤੇਰੇ ਬਾਝੋਂ, ਉਹਦੇ ਵਿੱਚ ਵੀ ਇਹਨਾਂ ਨੇ ਸਮਾਜ ਦੇ ਦੱਬੇ ਕੁਚਲੇ ਹੋਏ ਲੋਕ, ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਸੀ, ਬੜੇ ਅਣਦਿਸੇ ਸਨ, ਅਣਕਹੇ, ਜਿਨ੍ਹਾਂ ਨੂੰ ਕੋਈ ਪਛਾਣਦਾ ਨਹੀਂ ਸੀ, ਉਹਨਾਂ ਨੂੰ ਜ਼ਲਾਲਤ ਭਰੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਸੀ, ਉਹਨਾਂ ਸਾਰੇ ਲੋਕਾਂ ਦੀਆਂ ਬਾਤਾਂ ਇਹਨਾਂ ਨੇ ਆਪਣੀਆਂ ਕਹਾਣੀਆਂ ਤੇ ਨਾਵਲਾਂ ਚ ਪਾਈਆਂ। ਤੇ ਇਹ ਸਭ ਕੁਝ ਇਹਨਾਂ ਦੇ ਮੁਖ ਤੋਂ ਸੁਣਦੇ ਹਾਂ। ਸਭ ਤੋਂ ਪਹਿਲੇ ਹਰਕੀਰਤ ਜੀ, ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਆਪਣੀ ਸ਼ੁਰੂਆਤੀ ਜ਼ਿੰਦਗੀ ਬਾਰੇ ਦੱਸੋ ਕਿ ਤੁਸੀਂ ਕਿੱਥੋਂ ਤੇ ਤੁਸੀਂ ਪੰਜਾਬ ਦੀ ਧਰਤੀ ਤੋਂ ਕੈਨੇਡਾ ਕਿਵੇਂ ਗਏ, ਇਸ ਬਾਰੇ ਥੋੜਾ ਸਾਡੇ ਦੋਸਤਾਂ ਨਾਲ ਸਾਂਝ ਪਾਓ। ਜੀ ਹਰਕੀਰਤ ਜੀ। ਹਾਂਜੀ ਸਤਿੰਦਰ ਜੀ, ਮੇਰਾ ਜਨਮ ਜਿਵੇਂ ਇਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਪਿੰਡ ਖੇੜਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ। ਮੇਰੀ ਸਿੱਖਿਆ ਵੀ ਅਹਿਮਦਗੜ੍ਹ ਮੰਡੀ ਦੇ ਸਕੂਲ ਤੋਂ, ਉਸ ਤੋਂ ਬਾਅਦ ਮੈਂ ਸਕੂਲਿੰਗ ਜਿਹੜੀ ਕੰਪਲੀਟ ਕੀਤੀ ਹੈ ਲੁਧਿਆਣਾ ਹੋਸਟਲ ਵਿੱਚ ਰਹਿ ਕੇ। ਤੇ ਮੇਰੀ ਯੂਨੀਵਰਸਿਟੀ ਐਜੂਕੇਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮੈਂ BSc ਕੀਤੀ, ਐਡ ਕੀਤੀ ਜੀ। ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ। ਬਹੁਤਾ ਜੀਵਨ ਮੈਂ ਸ਼ਾਦੀशुदा ਜੀਵਨ ਪਟਿਆਲੇ ਸ਼ਹਿਰ ਦੇ ਵਿੱਚ ਹੀ ਬਿਤਾਇਆ ਜੀ। ਤੇ ਉੱਥੋਂ ਅਸੀਂ ਪੁਆਇੰਟ ਸਿਸਟਮ ਤੇ, ਜਿਸ ਤਰ੍ਹਾਂ ਕਿ ਕੈਨੇਡਾ ਵਿੱਚ ਸਕਿਲਡ ਕੈਟਾਗਰੀ ਦੇ ਲੋਕਾਂ ਨੂੰ ਇਨਵਾਈਟ ਕਰਦੇ ਸੀ, ਡਿਪਾਰਟਮੈਂਟ ਦੇ ਲੋਕਾਂ ਨੂੰ ਬੁਲਾ ਰਹੇ ਸੀ, ਤਾਂ ਅਸੀਂ ਅਪਲਾਈ ਕਰ ਲਿਆ। ਬਸ 2005 ਵਿੱਚ ਦਾਣਾ ਪਾਣੀ ਉੱਥੇ ਦਾ ਸ਼ੁਰੂ ਹੋ ਗਿਆ। ਬਹੁਤ ਅੱਛਾ ਜੀ, ਜ਼ਿੰਦਗੀ ਉੱਥੇ ਜਾ ਕੇ ਸ਼ੁਰੂ। ਅੱਛਾ, ਮੈਂ ਇੱਥੇ ਇੱਕ ਗੱਲ ਤੁਹਾਨੂੰ ਪੁੱਛਣੀ ਚਾਹਾਂਗੀ ਕਿ ਤੁਸੀਂ BSc ਕੀਤੀ, ਸਾਇੰਸ ਵਿਸ਼ੇ ਦੇ ਸਟੂਡੈਂਟ, ਤੇ ਤੁਹਾਡਾ ਸਾਹਿਤ ਪੰਜਾਬੀ ਮਾਂ ਬੋਲੀ ਨਾਲ ਕਿਸ ਤਰ੍ਹਾਂ ਲਗਾਵ ਹੋ ਗਿਆ? ਮੈਨੂੰ ਸਿੱਧਰ ਐਕਚੁਅਲੀ ਸ਼ੁਰੂ ਤੋਂ ਹੀ ਪੰਜਾਬੀ ਨਾਲ ਕਾਫੀ ਲਗਾਵ ਸੀ। ਜਿਸ ਤਰ੍ਹਾਂ ਮੈਂ ਛੋਟੀ ਹੁੰਦੀ ਵੀ ਮੈਨੂੰ ਲੱਗਦਾ ਸੀ ਕਿ ਮੈਂ ਲਿਟਰੇਚਰ ਪੜ੍ਹਾਂ, ਮੈਂ ਪੰਜਾਬੀ ਦੀ MA ਕਰਾਂ, ਪੰਜਾਬੀ ਪੜ੍ਹਾਵਾਂ। ਤੇ ਵੈਸੇ ਵੀ ਲਿਖਣ ਦੇ ਵਿੱਚ ਵੀ ਜਿਹੜਾ ਮੇਰਾ ਐਕਸਪ੍ਰੈਸ਼ਨ ਸੀ, ਟੀਚਰਸ ਕਹਿੰਦੇ ਹੁੰਦੇ ਸੀ ਕਿ ਚੰਗਾ ਹੈ ਜੀ। ਉਹ ਪਤਾ ਨਹੀਂ ਕਿਤੇ ਅੰਦਰ ਛੁਪਿਆ ਹੋਇਆ ਸੀ। ਫਿਰ ਜਿਸ ਤਰ੍ਹਾਂ ਆਪਾਂ ਛੋਟੇ ਬੱਚੇ ਹੁੰਦੇ ਆ, ਪੇਰੈਂਟਸ ਗਾਈਡ ਕਰਦੇ ਆ, ਆਪਾਂ ਪੜ੍ਹਾਈ ਉਸ ਤਰ੍ਹਾਂ ਕਰਦੇ ਜਾਂਦੇ। ਉਸ ਟਾਈਮ ਬੱਚਿਆਂ ਨੂੰ ਏਦਾਂ ਨਹੀਂ ਪਤਾ ਹੁੰਦਾ ਸੀ ਸਾਡੇ ਸਮੇਂ ਕੀ ਸਾਡਾ ਪੈਸ਼ਨ ਹੈ, ਕਰਨਾ ਹੈ। ਕਾਫੀ ਦੇਰ ਲੱਗ ਜਾਂਦੀ ਸੀ ਸਮਝਣ ਨੂੰ ਇਸ ਚੀਜ਼ ਨੂੰ, ਤੁਸੀਂ ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ, ਕਾਹਦੇ ਲਈ ਤੁਸੀਂ ਬਣੇ ਹੋ। ਸੋ ਇਸੇ ਤਰ੍ਹਾਂ ਉਹ ਅੰਦਰ ਹੀ ਕੋਈ ਬੀਜ ਮੇਰੇ ਪਿਆ ਸੀ ਕਿ ਜਿਹੜਾ ਕਾਫੀ ਦੇਰ ਬਾਅਦ ਜ਼ਿੰਦਗੀ 'ਚ ਫੁਰਸਤ ਮਿਲਣ ਤੇ ਪੁੰਗਰਿਆ। ਵੈਸੇ ਗਾਹੇ ਬਗਾਹੇ ਮੈਂ ਛੋਟੀ ਛੋਟੀਆਂ ਕਵਿਤਾਵਾਂ ਕਦੇ ਲਿਖਦੀ ਸੀ, ਕਦੇ ਕੋਈ ਮੈਮੋਇਰ ਲਿਖਦੀ ਸੀ, ਕੋਈ ਯਾਦ ਲਿਖ ਲੈਂਦੀ ਸੀ ਜੀ, ਪਰ ਉਹਨਾਂ ਨੂੰ ਕਦੇ ਸਾਹਿਤ ਨਾਲ ਜੋੜ ਕੇ ਮੈਂ, ਜੋ ਕਿ ਕੁਦਰਤ ਨੇ ਚਾਹਿਆ ਤਾਂ 2016 ਚ ਮੇਰੀ ਪਹਿਲੀ ਕਿਤਾਬ ਆਈ। ਲਿਖਣਾ ਮੈਂ 6 ਤੇ 7 ਦੇ ਅਰਾਊਂਡ ਸ਼ੁਰੂ ਕਰ ਦਿੱਤਾ।
ਸਭ ਤੋਂ ਪਹਿਲੇ ਤੁਸੀਂ ਕੀ ਚੀਜ਼ ਲਿਖੀ ਸਭ ਤੋਂ ਪਹਿਲੇ? ਮੇਰੇ ਮੈਮੋਇਰ ਹੀ ਸੀ ਜਿਹੜੇ ਮੇਰੇ ਬਚਪਨ ਦੇ ਨਾਲ ਰਿਲੇਟਡ। ਜੀ। ਉਹ ਮੈਂ ਛੋਟੇ-ਛੋਟੇ ਲਿਖਦੀ ਸੀ, ਉਹਨਾਂ ਨੂੰ ਡਾਇਰੀ ਦੇ ਵਿੱਚ ਲਿਖਦੀ ਸੀ, ਬਟ ਉਹ ਕਦੇ ਕਿਸੇ ਰਿਸ਼ਤੇਦਾਰ ਨੇ ਪੜ੍ਹੇ, ਉਹ ਕਹਿੰਦੇ ਬੜੀਆਂ ਅੱਛੀਆਂ ਕਹਾਣੀਆਂ ਵਰਗੇ ਮੈਮੋਇਰ ਹੈਗੇ ਨੇ ਜੀ। ਤੇ ਤੁਸੀਂ ਇਹਨਾਂ ਨੂੰ ਕਹਾਣੀ ਦਾ ਰੂਪ ਦੇ ਕੇ ਲਿਖ ਸਕਦੇ ਹੋ। ਤਾਂ ਮੈਨੂੰ ਲੱਗਦਾ ਫਿਰ ਉਹਨਾਂ ਤੇ ਥੋੜਾ ਬਹੁਤਾ ਮੈਂ ਕੰਮ ਕਰਕੇ ਉਹਨਾਂ ਦੇ ਕਿਤੇ ਕੈਰੈਕਟਰਸ ਨੂੰ ਡਿਵੈਲਪ ਕਰਕੇ ਪਹਿਲਾ ਕਹਾਣੀ ਸੰਗ੍ਰਹਿ ਪਰੀਆਂ ਸੰਗ ਪ੍ਰਵਾਸ, ਜਿਹਦੇ ਚ ਪਰੀਆਂ ਮੇਰੀਆਂ ਦਾਦੀਆਂ ਨਾਨੀਆਂ ਹੋਸਟਲ ਚ ਮੇਰੇ ਨਾਲ ਪੜ੍ਹਦੀਆਂ ਲੜਕੀਆਂ ਅੱਛਾ। ਸਾਰਿਆਂ ਨੂੰ ਹੀ ਮੈਂ ਚਿਤਵਿਆ ਸੀ। ਤੇ ਜ਼ਰੂਰੀ ਨਹੀਂ ਸੀ ਕਿ ਸਿਰਫ ਔਰਤ ਲਈ ਗੱਲ ਕੀਤੀ ਹੈ, ਕੁਝ ਏਦਾਂ ਦੇ ਕਿਰਦਾਰ ਜਿਹੜੇ ਮੇਰੇ ਪਿੰਡ ਵਿੱਚ ਜਿਸ ਤਰ੍ਹਾਂ ਮੰਦ ਬੁੱਧੀ ਸਧਾਰਨ ਬੁੱਧੀ ਵਾਲੇ ਇਨਸਾਨ ਸੀ, ਬੜੇ ਖੂਬਸੂਰਤ ਸੀ ਜਾਂ ਮੈਨੂੰ ਕਦੇ ਯਾਦ ਆਉਂਦੇ ਸੀ। ਜੀ। ਤੇ ਇਸ ਤਰ੍ਹਾਂ ਉਹ ਇੱਕ ਮੈਮੋਇਰਸ ਦੀ ਕਲੈਕਸ਼ਨ ਸੀ, ਉਹਨਾਂ ਨੂੰ ਕਦੇ ਤਾਂ ਲੱਗਦਾ ਸੀ ਕਿ ਕਹਾਣੀਆਂ ਦੀ ਕਿਤਾਬ ਹੈ, ਕਦੇ ਇਸ ਤਰ੍ਹਾਂ ਲੱਗਦਾ ਸੀ ਕਿ ਮੇਰੀਆਂ ਯਾਦਾਂ ਨੇ। ਸੋ ਮੈਨੂੰ ਵੀ ਨਹੀਂ ਸੀ ਬਹੁਤਾ ਕੋਈ ਇੰਨਾ ਗਿਆਨ ਇਸ ਤਰ੍ਹਾਂ, ਇੱਕ ਮੈਂ ਕਹਿ ਸਕਾਂ ਕਿ ਨਰੋਲ ਕਹਾਣੀਆਂ ਦੀ ਕਿਤਾਬ ਹੈ, ਪਰ ਜੀ। ਲੋਕਾਂ ਨੂੰ ਬਹੁਤ ਸੋਹਣੀਆਂ ਕਹਾਣੀਆਂ ਲੱਗੀਆਂ। ਜੀ, ਇਹ ਪਰੀਆਂ ਸੰਗ ਪ੍ਰਵਾਸ ਤੁਹਾਡਾ ਕਹਾਣੀ ਹਾਂਜੀ, ਸੰਗ੍ਰਹਿ। ਹਾਂਜੀ, ਜੀ, ਹਾਂਜੀ। ਉਸ ਤੋਂ ਬਾਅਦ ਫਿਰ ਤੁਸੀਂ ਇਹ ਨਾਵਲ ਲਿਖਿਆ? ਹਾਂਜੀ, ਮੈਂ ਨਾ ਜਦੋਂ ਕਿਤਾਬ ਪਰੀਆਂ ਸੰਗ ਪ੍ਰਵਾਸ ਰਿਲੀਜ਼ ਕੀਤੀ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋਈ, ਤਾਂ ਡਾਕਟਰ ਸਤੀਸ਼ ਵਰਮਾ ਜੀ ਨੇ ਉਹਦੇ ਤੇ ਰਿਵਿਊ ਵੀ ਲਿਖਿਆ ਤੇ ਉਸ ਕਿਤਾਬ ਦੇ ਉੱਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰਕੀਰਤ ਵਿੱਚ ਮੈਨੂੰ ਨਾਵਲਕਾਰ ਬੈਠਾ ਦਿਸ ਰਿਹਾ ਤੇ ਜਿਹੜਾ ਜੀ। ਵਿਸਥਾਰ ਆ ਕਹਾਣੀਆਂ ਦਾ ਕਾਫੀ ਸੰਭਾਵਨਾ ਹੈਗੀ ਹੈ ਕਿ ਨਾਵਲ ਵੀ ਲਿਖ ਸਕਦੀ ਹੈ। ਜੀ। ਪਰ ਮੈਂ ਉਸ ਨੂੰ ਸਤਿੰਦਰ ਇਸੇ ਤਰ੍ਹਾਂ ਹੀ ਸਮਝਿਆ ਕਿ ਕੋਈ ਵੱਡੇ ਨੇ ਆਸ਼ੀਰਵਾਦ ਦਿੱਤਾ ਹੈ, ਕਿਉਂਕਿ ਹਮੇਸ਼ਾ ਬਿਲਕੁਲ। ਵੱਡੇ ਤਾਂ ਹੀ ਕਹਿੰਦੇ ਕਿ ਅਗਲੀ ਪੁਲਾਂਗ ਨਾਵਲ ਚਾਹੇ ਵਿਦਾ ਸਾਰੀਆਂ ਬਹੁਤ ਜ਼ਰੂਰੀ, ਬਟ ਜੇ ਆਪਾਂ ਦੇਖੀਏ ਕਿ ਕਹਾਣੀ ਤੋਂ ਨਾਵਲ ਦਾ ਸਥਾਨ ਥੋੜਾ ਅੱਗੇ ਜ਼ਿਆਦਾ ਮੰਗਦਾ, ਸਮਾਂ ਜ਼ਿਆਦਾ ਮੰਗਦਾ, ਬਿਲਕੁਲ ਬਿਲਕੁਲ। ਤਪੱਸਿਆ ਤੇ ਸਾਧਨਾ ਜ਼ਿਆਦਾ ਲੋੜ। ਤੇ ਮੈਨੂੰ ਇਸੇ ਤਰ੍ਹਾਂ ਸੀ ਕਿਉਂਕਿ ਮੈਨੂੰ ਉਹ ਅਗਲੇ ਸਟੈਪ ਵਾਸਤੇ ਉਹ ਅਸੀਸ ਦੇ ਰਹੇ ਨੇ ਜਾਂ ਮੈਨੂੰ ਸ਼ੁਭ ਕਾਮਨਾਵਾਂ ਦੇ ਰਹੇ ਨੇ, ਪਰ ਮੈਨੂੰ ਕਦੇ ਇਸ ਤਰ੍ਹਾਂ ਲੱਗਿਆ ਨਹੀਂ ਸੀ ਕਿ ਮੈਂ ਲਿਖੂੰਗੀ। ਉਹਨੂੰ ਮੈਂ ਬਹੁਤ ਹੀ ਸੁਭਾਵਿਕ ਜਿਹੀ ਲਿਆ। ਪਰ ਜਦੋਂ ਮੈਂ ਉਸ ਤੋਂ ਬਾਅਦ ਅਗਲੀ ਕਹਾਣੀ ਇੱਕ ਸ਼ੁਰੂ ਕੀਤੀ ਜਿਸ ਦਾ ਟਾਈਟਲ ਸੀ ਵਚਨਾਬੱਧੇ ਲੋਕ, ਉਹਨੂੰ ਜੀ। ਲਿਖਦਿਆਂ ਮੈਨੂੰ ਇਹ ਅਹਿਸਾਸ ਹੋਇਆ ਕਿ ਉਹਦੀ ਕਹਾਣੀ ਲੀਹ ਤੇ ਹੀ ਪਈ। ਜਦ ਤੁਸੀਂ ਕਹੋ ਕਿ ਸ਼ੁਰੂਆਤ ਹੀ ਹੋਈ ਤਾਂ 40 ਪੰਨੇ ਹੋ ਚੁੱਕੇ ਸੀ ਉਹਦੇ। ਅੱਛਾ ਜੀ। ਫਿਰ ਮੈਂ ਉਹਨੂੰ ਰੋਕਿਆ ਨਹੀਂ, ਮੈਂ ਉਹਨੂੰ ਉਸੇ ਵੇਗ 'ਚ ਵਗਣ ਦਿੱਤਾ ਕਿ ਜਿੱਥੇ ਖਤਮ ਹੋਏਗੀ ਇਹਨੂੰ ਮੈਂ ਕਰ ਦੇਣਾ। ਸੋ ਨਾਵਲ ਮੇਰਾ ਅਰਾਊਂਡ 150 ਸਫ਼ਿਆਂ ਤੇ ਜਾ ਕੇ ਖਤਮ ਹੋਇਆ ਸੀ। ਬਹੁਤ ਅੱਛਾ ਉਹ ਜੀ, ਬਹੁਤ ਇੱਕ ਅੱਛਾ। ਅਚਾਨਕ ਬਣੀ ਤੁਸੀਂ ਨਾਵਲ ਕਹਿ ਲਓ ਕਿ ਮੈਂ ਸੋਚ ਕੇ ਨਹੀਂ ਨਾਵਲ ਲਿਖਿਆ, ਕਹਾਣੀ ਹੀ ਨਾਵਲ ਦਾ ਰੂਪ ਧਾਰਨ ਕਰ ਗਈ ਕਿ ਇੱਕ ਅਕਹਿਰੀ ਕਹਾਣੀ ਸੀ। ਉਸ ਤੋਂ ਬਾਅਦ ਜਦੋਂ ਮੈਨੂੰ ਵਾਕਈ ਹੀ ਲੱਗਿਆ ਤੇ ਉਹਨਾਂ ਨੇ ਵੀ ਕਿਹਾ, ਦੇਖਿਆ ਮੈਂ ਤੈਨੂੰ ਕਿਹਾ ਸੀ ਕਿ ਤੂੰ ਨਾਵਲ ਲਿਖੇਂਗੀ ਜੀ। ਤੇ ਹੁਣ ਜੀ। ਤੇਰੇ ਹੱਥ 'ਚ ਹੈ ਕਿ ਹੁਣ ਕਹਾਣੀ ਵੱਲ ਪਿੱਛੇ ਮੁੜਨਾ ਹੈ ਕਿ ਨਾਵਲ ਬਸ ਅੱਗੇ ਜਾਣਾ ਹੈ, ਕਿ ਅੱਗੇ ਹੁਣ ਨਾਵਲ ਲਿਖਣਾ ਕਿ ਕਹਾਣੀ ਲਿਖਣੀ। ਹੁਣ ਇਹਨਾਂ ਦੋਨਾਂ 'ਚ ਤੂੰ ਇਸ ਰਸਤੇ ਤੇ ਖੜੀ ਹੈ ਕਿ ਜਿਹੜੀ ਚੀਜ਼ ਚੂਜ਼ ਕਰ ਲੇਗੀ ਤੂੰ ਉਹੀ ਕਰੇਂਗੀ। ਤੇ ਜੀ। ਫਿਰ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ, ਮੈਂ ਕਿਹਾ ਵੀ ਮੈਂ ਕਦੇ ਇਹ ਫੈਸਲੇ ਲੈ ਕੇ ਕਰਨ ਵਾਲਾ ਕੰਮ ਨਹੀਂ, ਨਾ ਹੀ ਮੈਂ ਸ਼ੁਰੂ ਕੀਤਾ। ਇਹ ਜਿੱਥੇ ਮੇਰੀ ਕਲਮ, ਮੇਰਾ ਮਨ, ਮੇਰੀ ਸੋਚ ਮੈਨੂੰ ਲੈ ਕੇ ਉਡਾਰੀ ਭਰ ਲੇਗੀ ਮੈਂ ਉਧਰ ਨੂੰ ਹੋ ਜਾਣਾ। ਬਿਲਕੁਲ ਬਿਲਕੁਲ। ਉਸ ਤੋਂ ਅੱਗੇ ਨਾਵਲ ਫਿਰ ਥੋੜਾ ਨਾਵਲ ਹੀ ਆਇਆ ਜੀ। ਹਾਂ ਜੀ, ਹਰਕਿਰਤ ਤੁਹਾਡੇ 'ਚ ਇੱਕ ਮਤਲਬ ਇਹ ਕ੍ਰੀਏਟੀਵਿਟੀ ਸੀ, ਚਿਣਕ ਸੀ ਤੇ ਹਾਂਜੀ। ਪਰਮਾਤਮਾ ਨੇ ਤੁਹਾਡਾ ਸਾਥ ਦਿੱਤਾ ਤੇ ਤੁਹਾਡੇ ਕੋਲ ਇਹ ਬਹੁਤ ਅੱਛਾ ਨਾਵਲ ਲਿਖਿਆ ਤੇ ਤੇਰੇ ਬਾਝੋਂ ਨਾਵਲ ਵਿੱਚ ਥੋੜਾ ਇਹਦੇ ਬਾਰੇ ਚ ਦੱਸੋ ਸਾਡੇ ਦਰਸ਼ਕਾਂ ਨੂੰ ਵੀ, ਇਹਦੇ ਚ ਕੀ ਕਹਾਣੀ ਹੈ, ਸਟੋਰੀ, ਮੇਨ ਥੀਮ ਕੀ ਇਸ ਦਾ ਹੈ? ਇਹਦੇ ਵਿੱਚ ਸਤਿੰਦਰ ਜੀ ਜਿਸ ਤਰ੍ਹਾਂ ਆਪਾਂ ਹਮੇਸ਼ਾ ਹੀ ਕਹਿ ਦਿੰਦੇ ਆ ਕਿ ਜਿਹੜੀ ਮਤਰੇਈ ਮਾਂ ਹੈਗੀ ਉਹਦਾ ਨੈਗੇਟਿਵ ਰੋਲ ਹੀ ਪੋਰਟਰੇਟ ਕਰਦੇ ਸੋਸਾਇਟੀ ਦੇ ਵਿੱਚ। ਜੀ। ਤੇ ਮੈਂ ਉਹਦੇ ਵਿੱਚ ਇੱਕ ਬੜੀ ਖੂਬਸੂਰਤ ਔਰਤ ਦਾ ਤੇ ਉਸ ਪਰਿਵਾਰ ਦਾ ਚਿੱਤਰਨ ਕੀਤਾ ਹੈਗਾ, ਜਿਹਦੇ ਵਿੱਚ ਕਿ ਮੈਨੂੰ ਹੀ ਇੱਕ ਟਰੂ ਸਟੋਰੀ ਹੈਗੀ ਆ ਇਹ, ਜਿਨ੍ਹਾਂ ਦੇ ਨਾਲ ਰਹਿੰਦੇ ਮਾਂ ਬੱਚਿਆਂ ਹੈਗੀ। ਜੀ। ਜੀ। ਤੇ ਉਹ ਜਦੋਂ ਮੈਨੂੰ ਪਤਾ ਲੱਗਿਆ ਸੀ ਇੱਕਦਮ ਤੇ ਮੇਰੇ ਮਨ ਨੇ ਵੀ ਇਹ ਸੋਚਿਆ ਸੀ ਕਿ ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਨੂੰ ਜ਼ਰੂਰ ਸਾਹਮਣੇ ਲੈ ਕੇ ਆਉਣਾ ਚਾਹੀਦਾ। ਉਦੋਂ ਤਾਂ ਮੈਂ ਲਿਖਦੀ ਵੀ ਨਹੀਂ ਸੀ ਖੈਰ, ਤੇ ਪਰ ਬੜੀ ਵਾਰੀ ਸਜਦਾ ਹੁੰਦਾ, ਸਿਰ ਝੁਕਦਾ ਜਦੋਂ ਮੈਂ ਉਹਨਾਂ ਦੇ ਬਾਰੇ ਸੋਚਦੀ ਕਿ ਬੱਚਿਆਂ ਨੂੰ ਕਿਸ ਸ਼ਿੱਦਤ ਨਾਲ ਪਾਲਦੇ ਆ। ਔਰ ਜੀ। ਇੱਕ ਔਰਤ ਜਿਹੜਾ ਆਪਣੇ ਬੱਚੇ ਪੈਦਾ ਨਹੀਂ ਕਰਦੀ, ਉਹ ਦੂਸਰੇ ਦੇ ਪੈਦਾ ਕੀਤੇ ਹੋਏ ਹਾਂ ਦਿੱਤੇ ਬਿਲਕੁਲ ਹੋਏ ਨੂੰ ਉਵੇਂ ਪਾਲਦੀ ਹੈ ਤੇ ਬਿਲਕੁਲ ਉਸ ਜੀ। ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਤੇ ਕਿਹੋ ਜਿਹੀ ਸੋਚ ਹੋਏਗੀ, ਹੈ ਨਾ। ਸੋ ਬਿਲਕੁਲ ਉਹਦੇ ਤੇ ਬੇਸ ਜੋ ਕਹਾਣੀ ਸੀ, ਕਿਉਂਕਿ ਉਸ ਦਾ ਜਿਹੜਾ ਪਤੀ ਸੀ, ਉਸਦੀ ਪਹਿਲੀ ਲਵ ਮੈਰਿਜ ਹੁੰਦੀ ਹੈ ਤੇ ਉਹਦੀ ਵਾਈਫ ਦੀ ਡੈਥ ਹੋ ਜਾਂਦੀ ਹੈ, ਉਹਦੀ ਮੌਤ ਹੋ ਜਾਂਦੀ ਹੈ। ਤਾਂ ਉਹਦੇ ਦੇ ਨਾਲ ਉਹਨੇ ਵਚਨ ਕੀਤਾ ਹੁੰਦਾ ਕਿ ਕੱਲ ਨੂੰ ਜੇ ਆਪਣੇ ਦੋਨਾਂ ਚੋਂ ਕਿਸੇ ਨੂੰ ਕੁਝ ਹੋ ਜਾਏ ਤਾਂ ਆਪਾਂ ਕੁਝ ਮਤਲਬ ਕੋਈ ਹੋਰ ਜੀਵਨ ਸਾਥੀ ਨਹੀਂ ਚੁਣਾਂਗੇ। ਨਹੀਂ ਚਾਹਾਂਗੇ ਜੀ। ਤੇ ਪਰ ਉਸ ਨਾਵਲ ਦੇ ਵਿੱਚ ਕਹਾਣੀਆਂ ਜਿਵੇਂ ਜੁੜਵਾਂ ਬੱਚੇ ਨੇ, ਬਹੁਤ ਪਰਿਸਥਿਤੀਆਂ ਇਹੋ ਜਿਹੀਆਂ ਆਉਂਦੀਆਂ ਨੇ ਤੇ ਉਹਨੂੰ ਕਰਨਾ ਪੈਂਦਾ ਕਿਉਂਕਿ ਬੱਚੇ ਰੁਲ ਰਹੇ ਸੀ। ਬਿਲਕੁਲ ਪਰ ਉਸਨੇ ਇਹ ਵਾਅਦਾ ਵੀ ਰੱਖਿਆ, ਬੱਚੇ ਸਿਰਫ ਉਹਨਾਂ ਦਾ ਹੀ ਮੈਂ ਬਾਪ ਰਹਾਂਗਾ ਜੋ ਪੈਦਾ ਕੀਤੇ ਨੇ। ਤੇ ਬਿਲਕੁਲ ਉਸ ਔਰਤ ਤੋਂ ਵਾਅਦਾ ਲਿਆ ਕਿ ਤੇਰੇ 'ਚ ਇੰਨੀ ਸ਼ਿੱਦਤ ਹੈਗੀ ਆ ਤਾਂ ਤੂੰ ਮੇਰੇ ਨਾਲ, ਮੈਂ ਤੇਰਾ ਹਰ ਤਰ੍ਹਾਂ ਮਾਣ ਕਰਾਂਗਾ, ਤੇਰੇ ਲਈ ਸਾਰੀ ਜ਼ਿੰਦਗੀ ਨਿਸ਼ਾਵਰ ਕਰ ਦਿਆਂਗਾ, ਪਰ ਤੈਨੂੰ ਮੇਰਾ ਵਚਨ ਰੱਖਣਾ ਪਏਗਾ। ਤਾਂ ਉਹ ਜਦੋਂ ਕਹਾਣੀ ਚੱਲਦੀ ਹੈ ਤਾਂ ਕਦੇ ਤਾਂ ਤੇਰੇ ਬਾਝੋਂ ਕਹਿੰਦਾ,
ਨੂੰ ਇਹ ਨਹੀਂ ਪਤਾ ਲੱਗਦਾ ਕਿ ਪਹਿਲਾਂ ਵਾਲੀ ਨੂੰ ਤੇਰੇ ਬਾਝੋਂ ਕਹਿ ਰਿਹਾ ਤੇ ਕਿ ਦੂਸਰੀ ਮੈਨੂੰ ਨੂੰ ਕਹਿ ਰਿਹਾ ਜੇ ਤੂੰ ਨਾ ਆਉਂਦੀ ਤੇਰੇ ਬਾਝੋਂ ਕੀ ਹੋ। ਹੂੰ, ਤੋ ਤੇਰੇ ਬਾਝੋਂ ਦੋਨਾਂ ਤੇ ਉੱਤੇ ਹੀ ਢੁਕਵਾਂ ਸੀ ਤੇ ਕਹਾਣੀ ਬਹੁਤ ਕਾਫੀ ਅੱਛਾ। ਖੂਬਸੂਰਤ। ਬਹੁਤ ਵਧੀਆ ਥੀਮ, ਬਹੁਤ ਵਧੀਆ। ਇਹ ਤੁਹਾਡਾ ਨਾਵਲ ਵੀ ਬਹੁਤ ਮਸ਼ਹੂਰ ਹੋਇਆ, ਸਾਹਿਤ ਹਾਂਜੀ। ਜਗਤ ਬਹੁਤ ਮਕਬੂਲ ਨਾਵਲ ਹੈ। ਹਾਂਜੀ। ਇਸ ਤੋਂ ਬਾਅਦ ਤੁਸੀਂ ਨਾਵਲ ਲਿਖੇ ਫੁੱਲਾਂ ਦੇ ਫੁੱਲ, ਹਾਂਜੀ ਇਹਦੇ ਵਿੱਚ ਕੀ ਤੁਸੀਂ ਲਿਆ? ਹੋਰਾਂ ਦੇ ਫੁੱਲ ਇੱਕ ਬਹੁ ਪਰਤੀ ਤੇ ਬਹੁਤ ਵੱਡਾ ਨਾਵਲ ਹੈਗਾ ਜਿਹੜਾ ਕਿ ਅਰਾਊਂਡ 350 ਸਫ਼ਿਆਂ ਦਾ। ਇਹਦੇ ਜਿਹੜੇ ਵਿਸ਼ੇ ਨੇ ਕਾਫੀ ਛੂਹੇ ਗਏ ਨੇ। ਬਾਤ ਤਾਂ ਏਦਾਂ ਕੀਤੀ ਕਿ ਜਿਹੜੀ ਔਰਤ ਹੈ ਜਿਹੜੀ ਭੁੱਖ ਤੋਂ ਸੱਖਣੀ ਰਹਿੰਦੀ ਹੈ, ਜਿਹਦੇ ਬੱਚਾ ਪੈਦਾ ਨਹੀਂ ਹੁੰਦਾ, ਉਹਦਾ ਸਮਾਜ ਵਿੱਚ ਕੀ ਸਥਾਨ ਹੈ ਜੀ। ਤੇ ਫਿਰ ਉਹ ਕਿਸ ਤਰ੍ਹਾਂ ਆਪਣੇ ਵਾਰਸ ਦੇ ਵਾਸਤੇ ਆਪਣੀ ਜ਼ਮੀਨ ਦੀ ਖਾਤਰ ਆਪਣੇ ਪਤੀ ਦਾ ਦੂਜਾ ਵਿਆਹ ਕਰਕੇ ਕੋਈ ਕੁਦੇਸਣ ਉਹਨੂੰ ਲੈ ਕੇ ਆਉਂਦੀ ਹੈ ਤੇ ਉਹ ਕੁਦੇਸਣ ਕਿਸ ਤਰ੍ਹਾਂ ਆਪਣੇ ਹੀ ਦੇ ਬਣਦੀ ਹੈ, ਕਿਸ ਤਰ੍ਹਾਂ ਪਹਿਰਾਵਾ ਬੋਲੀ ਉਹ ਆ ਕੇ ਸਿੱਖਦੀ ਹੈ, ਉਹਦੀਆਂ ਜੜ੍ਹਾਂ ਲਾਉਂਦੀ ਹੈ, ਇੱਕ ਬੱਚਾ ਪੈਦਾ ਕਰਕੇ ਦਿੰਦੀ ਹੈ ਜਿਹਦੇ ਤੇ ਉਹਦਾ ਪੂਰਾ ਵੀ ਹੱਕ ਨਹੀਂ ਹੁੰਦਾ ਕਿਉਂਕਿ ਬਿਲਕੁਲ। ਘਰਦਿਆਂ ਨੂੰ ਨਾ ਲੱਗ ਜੇ, ਉਸ ਤਰ੍ਹਾਂ ਦਾ ਕੁਝ ਕਰਨ ਨਾ ਲੱਗ ਜੇ, ਪਿੱਛੋਂ ਮਾਂ-ਬਾਪ ਨੂੰ ਵੀ ਛੱਡ ਦਿੰਦੀ ਹੈ। ਉਹ ਕਿਸ ਤਰ੍ਹਾਂ ਬੱਚੇ ਨੂੰ ਜਨਮ ਦੇ ਕੇ ਆਪ ਖੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਕਹਾਣੀ ਉੱਥੇ ਨਹੀਂ ਖਤਮ ਹੋ ਜਾਂਦੀ। ਉਹ ਕਹਾਣੀ 'ਚੋਂ ਜਿਹੜਾ ਬੱਚਾ ਉਹ ਜਦੋਂ ਉਹ ਪੜ੍ਹਦਾ, ਰਿਸ਼ਤੇ ਹੁੰਦੇ ਆ, ਜਦੋਂ ਉਹਨੂੰ ਲੋਕ ਕਹਿੰਦੇ ਆ ਕਿ ਇਹਦੀ ਤਾਂ ਮਾਂ ਭਈਆ ਰਾਣੀ ਹੈ, ਇਹਦੇ ਤਾਂ ਨਾਨਕੇ ਯੂਪੀ 'ਚ ਨੇ, ਹਨਾ, ਤੇ ਉਹਨੂੰ ਜਿਹੜੇ ਅੱਗੇ ਕਿਹੜੇ ਉਹਨੂੰ ਚੈਲੰਜਸ ਆਉਂਦੇ ਨੇ ਸਾਡੇ ਸਮਾਜ ਦੇ ਵਿੱਚ, ਤੇ ਉਹ ਬੱਚਾ ਜਿਹੜਾ ਇੰਨੀਆਂ ਠੋਕਰਾਂ ਖਾ ਕੇ ਪੜ੍ਹਦਾ ਤੇ ਉਹ ਅੱਜ ਦੀ ਪੀੜ੍ਹੀ ਦੇ ਜਿਹੜੇ ਵਿਗੜੇ ਜਵਾਕਾਂ ਦੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਹੈਗਾ, ਕਿੰਨਾ ਸਕਸੈਸਫੁਲ ਆ। ਉਹ ਇਸੇ ਤਰ੍ਹਾਂ ਉਹਨੂੰ ਮੈਂ ਕਿਰਦਾਰ ਨੂੰ ਬੜਾ ਚੰਗਾ ਪੜ੍ਹਾਉਣੀ ਆ, ਉਹਨੂੰ ਮੈਂ ਕੈਨੇਡਾ ਭੇਜਦੀ ਹਾਂ, ਉੱਥੇ ਜਾ ਕੇ ਉਹ ਇੱਕ ਕ੍ਰਿਸਚਨ ਕੁੜੀ ਨਾਲ ਵਿਆਹ ਕਰਾਉਂਦਾ ਕਿਉਂਕਿ ਇੱਥੇ ਉਹਦਾ ਪਿਆਰ ਸਿਰੇ ਨਹੀਂ। ਉਹ 3 ਰੰਗੇ ਦਾ ਮੈਂ ਨਾਵਲ ਦਾ ਨਾਂ ਲਿਖਿਆ ਸੀ, ਜਿਹਦੇ ਵਿੱਚ ਉਸਦੀ ਮਾਂ ਕਾਲੀ ਤੇ ਉਹਦਾ ਜਿਹੜਾ ਉਸ ਆਪਦੇ ਪਿਓ ਤੇ ਉਹਦਾ ਜਿਹੜਾ ਘਰ ਸੀ ਉਹ ਬਰਾਊਨ ਕਲਰ ਦੇ ਜਿਵੇਂ ਆਪਣੇ ਵਰਗੇ, ਤੇ ਉਸ ਤੋਂ ਬਾਅਦ ਜਿਹੜੀ ਘਰ ਵਾਲੀ ਸੀ ਉਹ ਗੋਰੀ। ਤਿੰਨੋਂ ਧਰਮ ਸਿੱਖ ਧਰਮ, ਕ੍ਰਿਸਚਨ ਧਰਮ, ਤੇ ਉਹ 3 ਰੰਗਾਂ ਦੇ ਉੱਤੇ ਬੇਸਡ ਬੜਾ ਸੀ। ਉਹਦੇ ਵਿੱਚ ਮੈਂ ਡਰੱਗਸ ਨੂੰ ਵੀ ਕਾਫੀ ਚੈਲੰਜ ਕੀਤਾ ਕਿ ਜਿਹੜੇ ਸਾਡੇ ਲੋਕ ਬੱਚੇ ਅੱਜ ਕੱਲ ਮੁੰਡੇ ਡਰੱਗਸ ਲੈਂਦੇ ਨੇ, ਪਹਿਲਾਂ ਤੁਸੀਂ ਕੁਦੇਸਣਾ ਖਰੀਦ ਕੇ ਲੈ ਕੇ ਆਉਂਦੇ ਸੀ, ਬੱਚੇ ਪੈਦਾ ਨਹੀਂ ਸੀ ਹੁੰਦੇ। ਬਿਲਕੁਲ ਡਰੱਗਸ ਦੇ ਨਾਲ ਨਮਰਦ ਹੋ ਕੱਲ ਨੂੰ ਕੁੜੀਆਂ ਵਾਸਤੇ ਮੁੰਡੇ ਇਹਨਾਂ ਨੇ ਕਿੱਥੋਂ ਲੈ ਕੇ ਆਣੇ ਆ। ਬਿਲਕੁਲ ਜੀ, ਬਿਲਕੁਲ। ਹਾਂਜੀ, ਉਹਦੇ ਚ ਕਾਫੀ ਬੋਲਡ ਜਿਹੜਾ ਐਂਡ ਉਹਦਾ ਤੇ ਬੜਾ ਚਿੰਤਾਜਨਕ ਵਿਸ਼ਾ ਜਿਹੜਾ ਕਿ ਸਾਡੇ ਸਮਾਜ ਦਾ, ਉਹਦੇ ਵਿੱਚ 84 ਨੂੰ ਵੀ ਛੋਇਆ ਗਿਆ। ਉਹਦੇ ਵਿੱਚ ਸਾਡੀ ਆਰਥਿਕ ਜਿਹੜੀ ਕਿਸਾਨਾਂ ਦੀ ਜਿਹੜੀ ਦਿੱਕਤ ਹੋਈ ਹੈ ਸਾਲਾਂ ਤੋਂ, ਸਪਰੇਆਂ ਨਾਲ, ਅਡਲਟ੍ਰੇਸ਼ਨ ਨਾਲ, ਜਿਹੜੀ ਸੋਇਲ ਪੋਲਿਊਸ਼ਨ ਦੇ ਬਾਰੇ ਵੀ ਗੱਲ ਕੀਤੀ। ਕਾਫੀ ਉਹਦੇ ਚ ਉਹ ਸੋਚ ਸਮਝ ਕੇ ਨਹੀਂ, ਬਟ ਉਹ ਵਿਸ਼ੇ ਦੇ ਨਾਲ ਹੀ ਏਦਾਂ ਚੱਲੇ ਕਿ ਉਹ ਸੋਹਣਾ ਨਿਭਾ ਹੋ ਗਿਆ ਸੀ ਉਹਨਾਂ ਦਾ ਜੀ। ਬਹੁਤ, ਤੁਸੀਂ ਤਾਂ ਮੇਰੇ ਪਾਸ ਤੇ ਸ਼ਬਦ ਨਹੀਂ ਕਿ ਤੁਸੀਂ ਕੋਈ ਇਹੋ ਜਿਹਾ ਵਿਸ਼ਾ ਤੁਸੀਂ ਛੱਡਿਆ ਨਹੀਂ। ਔਰਤ ਤਾਂ ਹਰ ਸਮਾਜ ਦਾ ਅਣਛੂਹਿਆ ਵਿਸ਼ਾ, ਜਿਹਨੂੰ ਬਹੁਤ ਘੱਟ ਲੋਕਾਂ ਨੇ ਛੂਹਿਆ, ਤੁਸੀਂ ਉਹਨੂੰ ਪਕੜ ਕੇ ਤੇ ਇੰਨੇ ਵਿਸਥਾਰ ਸਹਿਤ ਲਿਖਿਆ। ਇਸ ਤੋਂ ਬਾਅਦ ਤੁਸੀਂ ਆਪਣਾ ਸ਼ਾਹਕਾਰ ਆਦਮ ਗ੍ਰਹਿਣ ਜੀ ਕਿ ਆਦਮ ਗ੍ਰਹਿਣ ਜਿਹੜਾ ਇਹ ਨਾਵਲ ਬਹੁਤ ਵਧੀਆ ਨਾਵਲ ਤੁਹਾਡਾ ਇਹ ਹੋਇਆ, ਇਸ ਦੇ ਲਈ ਤੁਹਾਨੂੰ ਟਾਹਾ ਪੁਰਸਕਾਰ ਮਿਲਿਆ। ਹਾਂਜੀ, ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ ਕਿ ਜਿਹੜਾ ਆਦਮ ਗ੍ਰਹਿਣ ਨਾਵਲ ਹੈ, ਤੁਸੀਂ ਤੀਸਰੇ ਲਿੰਗ, ਥਰਡ ਜੈਂਡਰ, ਜਿਹੜੇ ਕਿੰਨਰਸ ਕਹਿੰਦੇ ਜਿਨ੍ਹਾਂ ਨੂੰ, ਉਹਨਾਂ ਦੀ ਤਰਾਸਦੀ ਭਰੇ ਜੀਵਨ, ਜਿਹੜਾ ਉਹ ਜ਼ਲਾਲਤਾ ਭਰਾ ਜੀਵਨ ਜੀਂਦੇ ਨੇ, ਉਹਦੇ ਵਾਸਤੇ ਲਿਖਿਆ। ਤੁਹਾਡੇ ਮਾਈਂਡ ਵਿੱਚ ਇਹ ਕਿਵੇਂ ਆਇਆ ਕਿ ਮੈਂ ਹੁਣ ਇਹ ਵਿਸ਼ਾ ਲਵਾਂ? ਪਹਿਲਾਂ ਜਿਸ ਤਰ੍ਹਾਂ ਤੁਸੀਂ ਇੱਕ ਔਰਤ ਦਾ ਵਿਸ਼ਾ ਲਿਆ, ਜਿਹਦਾ ਇੱਕ ਉਹਦੇ ਦੂਸਰੇ ਦੇ ਔਰਤ ਦੇ ਬੱਚਿਆਂ ਨੂੰ ਪਾਲਦੀ ਹੈ, ਫਿਰ ਔਰਤ ਦੇ ਘਰ ਬੱਚਾ ਨਹੀਂ, ਉਹ ਤੁਸੀਂ ਦੂਸਰੀ ਆਪਣੇ ਪਤੀ ਦੀ ਮੈਰਿਜ ਕਰਕੇ ਉਹ ਪਾਲਦੀ ਹੈ, ਤੇ ਇਹ ਤੁਸੀਂ ਵਿਸ਼ਾ ਹੁਣ ਕਿਸ ਤਰ੍ਹਾਂ ਲਿਆ ਜਿਹੜਾ ਤੁਸੀਂ ਆਦਮ ਗ੍ਰਹਿਣ ਚ ਲਿਆ? ਬੜਾ ਅੱਛਾ ਤੁਹਾਡਾ ਪ੍ਰਸ਼ਨ, ਮੈਂ ਕਾਫੀ ਦੇਰ ਦੀ ਸੋਚਦੀ ਸੀ ਮੈਨੂੰ ਇਹ ਕੋਈ ਪੁੱਛੇ, ਕਿਉਂਕਿ ਇੱਕ ਜਗ੍ਹਾ ਰੂਬਰੂ ਹੋਇਆ, ਉਹ ਕਹਿੰਦੇ ਸੀ ਵੈਸੇ ਅੱਜ ਕੱਲ ਟ੍ਰੈਂਡ ਸੀਗਾ ਥਰਡ ਜੈਂਡਰ ਬਾਰੇ ਗੱਲ ਕਰਨ ਦਾ, ਵੀ ਤੁਸੀਂ ਤਾਂ ਲਿਖਿਆ। ਨੋ ਇਹ ਤੁਸੀਂ ਬਹੁਤ ਪਹਿਲੇ ਲਿਖਿਆ, ਉਹਨਾਂ ਤੋਂ ਸਭ ਤੋਂ ਪਹਿਲੇ ਲਿਖਿਆ ਤੁਸੀਂ। ਹਾਂਜੀ, ਮੈਂ ਉਹਨਾਂ ਨੂੰ ਕਿਹਾ ਮੈਂ ਕੱਪੜਿਆਂ ਦੇ ਫੈਸ਼ਨ ਹੁੰਦੇ ਤੇ ਵਿਸ਼ਿਆਂ ਦੇ ਫੈਸ਼ਨ ਨਹੀਂ ਹੁੰਦੇ, ਵਿਸ਼ੇ ਤਾਂ ਹਮੇਸ਼ਾ ਲਈ ਸਮਾਜ ਚ ਪਏ ਨੇ, ਪਏ ਰਹਿਣੇ ਨੇ ਤੇ ਪੈਂਦੇ ਰਹਿਣੇ ਆ, ਠੀਕ ਹੈ ਨਾ? ਬਿਲਕੁਲ। ਮੇਰੇ ਕੋਲੇ ਮੇਰਾ ਤਾਂ ਇਹ ਸੀਗਾ ਕਿ ਮੈਂ ਜਦੋਂ ਵੀ ਔਰਤ ਦੀ ਗੱਲ ਕਰਦੀ ਸੀ, ਮਰਦ ਦੀ ਗੱਲ ਕਰਦੀ ਸੀ, ਤਾਂ ਇਹ ਕਦੇ ਪਿੱਛੇ ਨਹੀਂ ਸੀ ਹਟਦੇ। ਮੇਰੇ ਨਾਵਲ ਤੇਰੇ ਬਾਝੋਂ ਵਿੱਚ ਜਦੋਂ ਜੁੜਵਾਂ ਬੱਚੇ ਪੈਦਾ ਹੁੰਦੇ ਨੇ ਡਾਕਟਰ ਮੋਹਨ ਦੇ, ਤਾਂ ਉਹਨਾਂ ਦੀ ਮਾਂ ਮਰ ਜਾਂਦੀ ਹੈ, ਖੁਸਰੇ ਫਿਰ ਵੀ ਆਉਂਦੇ ਵਧਾਈ ਲੈਣ, ਪਰ ਉਹ ਨੱਚਦੇ ਨੇ, ਪੰਜਾਬ ਡਾਉਂਦੇ ਨੇ ਦਲਾਨ ਦੇ ਵਿੱਚ ਆ ਕੇ, ਕਹਿੰਦੇ ਵੀ ਸਾਨੂੰ ਪਤਾ ਸੋਗ ਵਾਲਾ ਘਰ ਹੈ, ਪਰ ਬੀਬੀ ਜੇ ਅਸੀਂ ਇਹਨਾਂ ਨੂੰ ਵਧਾਈ ਦੇ ਕੇ ਸੀਨੇ ਨਾਲ ਨਹੀਂ ਲਾਵਾਂਗੇ, ਇਹਨਾਂ ਵਿਚਾਰਿਆਂ ਦਾ ਕਾਹਦਾ ਦੋਸ਼, ਮਾਂ ਤਾਂ ਇਹਨਾਂ ਦੀ ਪਹਿਲੇ ਹੀ ਚਲੀ, ਸਾਡਾ ਪਿਆਰ ਵੀ ਨਾ ਲੈਣ।
ਬਿਲਕੁਲ ਬਿਲਕੁਲ ਤੇ ਬਿਲਕੁਲ ਉਹਦੇ ਵਿੱਚ ਇਸੇ ਤਰ੍ਹਾਂ ਇਹ ਚੈਪਟਰ ਆਇਆ। ਫਿਰ ਮੇਰਾ ਥੋਰਾਂ ਦੇ ਫੁੱਲ ਨਾਵਲ ਆਇਆ, ਉਹਦੇ ਵਿੱਚ ਕੁਦੇਸਣ ਜਿਹੜੀ ਔਰਤ ਦੇ ਬੱਚਾ ਪੈਦਾ ਨਹੀਂ ਹੁੰਦਾ, ਉਹਦੇ ਲਈ ਇੱਕ ਮੈਂ ਪੈਰਲਲ ਕਿਰਦਾਰ ਖੜਾ ਕੀਤਾ। ਕਿਸੇ ਦੇ ਹੋਇਆ 12 ਸਾਲ ਬਾਅਦ ਥਰਡ ਜੈਂਡਰ ਹੋਇਆ, ਤਾਂ ਉਹਦੇ ਤੋਂ ਖੋ ਕੇ ਲੈ ਗਏ ਖੁਸਰੇ, ਤਾਂ ਉਹਨੂੰ ਅੱਛਾ। ਧਰਵਾਸ ਦੇਣ ਤੋਂ ਘੱਟ ਮੈਂ ਇਹਦੇ ਨਾਲ ਤਾਂ ਚੰਗੀ ਹਾਂ, ਜਿਹਨੇ ਜੰਮ ਕੇ ਦੇਤਾ ਉਹ ਤਾਂ ਵਿਚਾਰੀ ਦਾ ਕੀ ਬਿਲਕੁਲ ਹਾਲ ਹੈ ਨਾ। ਇਸ ਤਰ੍ਹਾਂ ਜ਼ਿਆਦਾ ਮੇਰੇ- ਦੁੱਖ ਹੋਣਾ ਸੀ। ਹਾਂਜੀ, ਹਾਂ, ਪੈਦਾ ਉਹ ਕਰਕੇ ਜਦੋਂ ਦੇ। ਥੋਰਾਂ ਦੇ ਫੁੱਲ ਦੇ ਵਿੱਚ ਜਦੋਂ ਉਹ ਲਿਖਿਆ, ਤਾਂ ਮੈਨੂੰ ਮੇਰੇ ਪੜ੍ਹਨ ਵਾਲੇ ਪਾਠਕ ਉਹ ਪੁੱਛਿਆ, ਹਰਕੀਰਤ ਫਿਰ ਉਹ ਬੱਚਾ ਜਿਹੜਾ ਲੈ ਗਿਆ ਉਹ ਕਿੱਥੇ ਗਿਆ? ਤੇਰੇ ਨਾਵਲ ਦੇ ਵਿੱਚ ਨਾਵਲ ਪਿਆ, ਤੇਰੇ ਨਾਵਲ ਦੇ ਵਿੱਚ ਨਾਵਲ ਪਿਆ। ਅੱਛਾ ਅੱਛਾ। ਤੇ ਔਰ ਫਿਰ ਪਬਲਿਸ਼ਰ ਨੇ ਵੀ ਕਿਹਾ, ਕਹਿੰਦੇ ਤੁਹਾਡੇ ਅੰਦਰੋਂ ਇਹ ਗੱਲ ਨਿਕਲਣੀ ਨਹੀਂ ਜਿੰਨੀ ਤੁਸੀਂ ਇਹਨੂੰ ਪੂਰੀ ਤਰ੍ਹਾਂ ਨਹੀਂ ਲਿਖ ਦਿੰਦੇ, ਕਿਉਂਕਿ ਤੁਹਾਡੇ ਹਰ ਨਾਵਲ 'ਚ ਇੱਕ ਚੈਪਟਰ ਥਰਡ ਜੈਂਡਰ ਦਾ ਆ ਹੀ ਰਿਹਾ ਹੈ। ਬਿਲਕੁਲ ਬਿਲਕੁਲ। ਉਹ ਤੁਸੀਂ ਛੂ ਕੇ ਕਿਤੇ ਨਾ ਛੱਡ ਦਿੰਦੇ ਕਿਤੇ ਹੋ। ਥਰਡ ਜੈਂਡਰ ਦੀ ਹਾਂਜੀ। ਗੱਲ ਤੁਹਾਡੇ ਦਿਨ ਪਹਿਲਾਂ ਤੋਂ ਹੀ ਸੀ, ਥੋੜੀ ਥੋੜੀ ਹਾਂਜੀ। ਉੱਭਰ ਰਹੀ ਸੀ। ਹਾਂਜੀ ਹਾਂਜੀ। ਤੋਂ ਫਿਰ ਉਸ ਤੋਂ ਬਾਅਦ ਬਸ ਮੇਰੇ ਮਨ ਵਿੱਚ ਧਾਰ ਲਿਆ ਕਿ ਉਹ ਬੱਚਾ ਕਿੱਥੇ ਗਿਆ। ਇੱਕ ਸਿੰਗਲ ਕੁਐਸਚਨ ਜਿਹੜਾ ਸੀ, ਇੱਕ ਪ੍ਰਸ਼ਨ ਨੇ ਮੇਰੇ ਅੰਦਰ ਤਰਥੱਲੀ ਮਚਾ ਦਿੱਤੀ ਕਿ ਸਪੋਜ਼ ਜੇ ਕਿਸੇ ਨੇ ਇਦਾਂ ਹੋ ਜਾਂਦਾ, ਬੱਚਾ ਲੈ ਜਾਂਦੇ ਨੇ, ਹਾਂ, ਤਾਂ ਉਹ ਕਿੱਥੇ ਗਿਆ, ਕਿਵੇਂ ਗਿਆ, ਕਿੱਥੇ ਉਸ ਜਾਂਦਾ? ਸਫ਼ਰ ਬਾਰੇ ਮੈਂ ਗੱਲ ਕਰ ਲਈ। ਬਸ ਫਿਰ ਮੈਂ ਉਹਨਾਂ ਦੀਆਂ ਅੱਛਾ। interview ਸ਼ੁਰੂ ਕੀਤੀਆਂ, ਉਹਨਾਂ ਦੇ ਫੋਨ ਨੰਬਰ ਲਏ, ਉਹਨਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਕਈ ਕਹਾਣੀਆਂ ਨੂੰ ਇਕੱਠੇ ਕਰਕੇ ਆਦਮ ਗ੍ਰਹਿਣ ਜਿਹੜਾ। ਬਹੁਤ ਬਹੁਤ ਅੱਛਾ ਜੀ। ਤੇ ਆਦਮ ਗ੍ਰਹਿਣ ਦਾ ਥੋੜਾ ਥੀਮ ਦੀ ਸਟੋਰੀ ਹੈ ਇਹਦੇ ਚ। ਆਦਮ ਗ੍ਰਹਿਣ ਦੇ ਵਿੱਚ ਇੱਕ ਘੁਮਿਆਰ ਪਰਿਵਾਰ ਆ, ਮੁਸਲਮਾਨ ਪਰਿਵਾਰ ਦੇ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ, ਚੌਥਾ ਬੱਚਾ ਪੈਦਾ ਹੁੰਦਾ ਹੈ, ਕਿਉਂਕਿ ਜੀ। ਮੁਸਲਮਾਨ ਪਰਿਵਾਰ ਵਿੱਚ ਜਿਹੜਾ ਇੱਕ ਘਰਾਂ ਦੇ ਵਿੱਚ ਹੀ ਵਿਆਹ ਕਰ ਲੈਂਦੇ ਨੇ ਜੈਨੇਟਿਕਲੀ, ਰੇਸ਼ੋ ਆਪਣੇ ਬਾਕੀ ਰਿਲੀਜਨਸ ਨਾਲੋਂ ਜ਼ਿਆਦਾ ਹੈਗੀ ਹੈ ਥਰਡ ਜੈਂਡਰ। ਜੀ ਜੀ। ਉਹ ਮੈਂ ਉਦੋਂ ਮਿੱਥ ਕੇ ਨਹੀਂ ਸੀ ਲਿਆ, ਉਹ ਕੁਦਰਤ ਨੇ ਮੇਰੇ ਕੋਲ ਕਰਵਾਇਆ। ਅੱਜ ਮੈਂ ਕਹਾਂ ਕਿ ਮੈਂ ਰਿਸਰਚ ਕੀਤੀ ਸੀ, ਉਹ ਇਦਾਂ ਦੀ ਕੋਈ ਗੱਲ ਨਹੀਂ ਸੀ। ਜੀ ਉਹ ਜਦੋਂ ਮੈਂ ਨਿਜ਼ਾਮੂਦੀਨ ਦਾ ਪਰਿਵਾਰ ਲਿਆ ਸੀ, ਤਾਂ ਮੇਰੇ ਮਨ 'ਚ ਪਤਾ ਨਹੀਂ ਮੇਰੇ ਤੋਂ ਕੁਦਰਤ ਨੇ ਉਹ ਕੰਮ ਕਰਾਇਆ। ਤੇ ਉਹ ਬੱਚਾ ਜਦੋਂ ਪੈਦਾ ਹੁੰਦਾ ਤਾਂ ਧੀ ਬਣਾ ਕੇ ਰੱਖ ਲੈਂਦੇ ਨੇ। ਗਰੀਬ ਪਰਿਵਾਰ, ਗਰੀਬ ਲੋਕਾਂ 'ਚ ਮੋਹ ਮੁਹੱਬਤ ਅਮੀਰਾਂ ਨਾਲ ਜ਼ਿਆਦਾ ਹੁੰਦੀ ਹੈ ਮੇਰੇ ਹਿਸਾਬ ਨਾਲ। ਬਿਲਕੁਲ ਬਿਲਕੁਲ। ਤਾਂ ਜਦੋਂ ਉਹਨਾਂ ਨੇ ਉਹ ਧੀ ਨੂੰ ਰੱਖ ਲਿਆ, ਪਰ ਉਹਦੇ ਜਿਹੜੇ ਭਰਾ ਸੀ ਉਹ ਵੱਡੇ, ਉਹ ਨਮੋਸ਼ੀ ਲੱਗੇ, ਜਦੋਂ ਆਵਾਜ਼ 'ਚ ਤਬਦੀਲੀ ਆਈ, ਲੋਕ ਤਬਦੀਲੀ ਆ ਪਿੰਡ ਗਈ। ਦੇ ਹਾਂਜੀ ਛੇੜਨ ਲੱਗੇ। ਤਾਂ ਇਦਾਂ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਆਪ ਕਹਿੰਦੀ ਹੈ ਕਿ ਮੈਂ ਘਰੋਂ ਜਾਣਾ, ਆਪਣੇ ਭਰਾ ਨੂੰ ਕਹਿੰਦੀ ਜਿੱਦਣ ਪਿੰਡ ਉਹਨਾਂ ਨੂੰ ਲੈ ਜਾਣਾ। ਅੱਛਾ ਮੈਂ ਆਪਣੇ ਵਰਗੇ ਲੋਕਾਂ, ਰੱਬ ਦੀ ਵਰਗੀ ਧਰਤੀ ਤੇ ਰਹਿਣਾ ਚਾਹੁੰਦੀ ਹਾਂ। ਜੀ। ਉਹ ਘਰੋਂ ਜਾਂਦੀ ਹੈ, ਫਿਰ ਉਹ ਡੇਰਿਆਂ ਤੋਂ ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ, ਕਿਸ ਤਰ੍ਹਾਂ ਉਹ ਮਾਈਗ੍ਰੇਟ ਕਰਦੀ ਹੈ, ਕਿਉਂਕਿ ਇਹਨਾਂ ਦੇ ਵਿੱਚ ਵੀ ਦੇਣ ਲੈਣ ਕਰਕੇ ਵੇਚੇ ਜਾਂਦੇ ਆ। ਫਿਰ ਉਹ ਕਿਸ ਤਰ੍ਹਾਂ ਖੂਬਸੂਰਤ ਹੁੰਦੀ ਆ, ਉਸ ਡੇਰੇ ਦੀ ਮਹੰਤ ਬਣਦੀ ਹੈ, ਉਹਦੀ ਆਲੇ ਦੁਆਲੇ ਸਾਰੀ ਜ਼ਿੰਦਗੀ, ਆਲੇ ਦੁਆਲੇ ਦੇ ਲੋਕ ਕਿਵੇਂ ਕਹਿੰਦੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਇਹ ਜਿਹੜੀ ਪਦਵੀ ਦਿੱਤੀ ਜਾਂਦੀ, ਫਿਰ ਕਿਸ ਤਰ੍ਹਾਂ ਦੇ ਰਿਵਾਜ ਨੇ, ਫਿਰ ਕਿਸ ਤਰ੍ਹਾਂ ਉਹਨੂੰ ਦੇਖ ਕੇ ਕਿਸੇ ਨੂੰ ਉਹਦੇ ਨਾਲ ਮੁਹੱਬਤ ਹੋ ਜਾਂਦੀ ਹੈ, ਪਰ ਉਹ ਉਹਨੂੰ ਇਨਕਾਰ ਕਰ ਦਿੰਦੀ ਹੈ ਕਿ ਮੇਰੇ ਕੋਲ ਤੈਨੂੰ ਕੁਝ ਦੇਣ ਲਈ ਕੁਝ ਵੀ ਹੈ ਨਹੀਂ। ਜੀ। ਤਾਂ ਇਸ ਤਰ੍ਹਾਂ ਉਹ ਫਿਰ ਇੱਕ ਬੱਚੇ ਨੂੰ ਜਦੋਂ ਆਪ ਮਹੰਤ ਬਣਦੀ ਹੈ, ਫਿਰ ਕਿਸੇ ਹਸਪੀਟਲ 'ਚ ਬੱਚਾ ਪੈਦਾ ਹੁੰਦਾ, ਤਾਂ ਬੱਚਾ ਲੈ ਕੇ ਆਉਂਦੀ ਹੈ, ਉਹਨੂੰ ਬੇਟਾ ਬਣਾ ਕੇ ਪਾਲ ਲੈਂਦੀ ਹੈ, ਪੜ੍ਹਾਉਂਦੀ ਹੈ, ਉਹਨੂੰ ਲਾਅ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਭੇਜਦੀ ਹੈ। ਪਰ ਉੱਥੇ ਬਹੁਤ ਖੂਬ। ਸੈਕਸ਼ੂਅਲ ਹੈਰੈਸਮੈਂਟ ਹੁੰਦੀ ਆ, ਉਹਨੂੰ ਲੋਕ ਐਕਸਪਲੋਇਟ ਕਰਦੇ ਆ, ਹਾਂ। ਉਹਨੂੰ ਬਹੁਤ ਜ਼ਿਆਦਾ ਜਦੋਂ ਤੰਗ ਕਰਦੇ ਆ, ਉਹ ਏਡਸ ਤੋਂ ਪੀੜਤ ਹੋ ਜਾਂਦਾ ਹੈ। ਓਹੋ ਅੱਛਾ। ਤੇ ਔਰ ਜਿਸ ਦਿਨ ਉਹਨੂੰ ਡਿਗਰੀ ਮਿਲਦੀ ਹੈ ਜਾਂ ਉਸ ਦਿਨ ਜਿਹਦਾ ਰਿਜ਼ਲਟ ਆਉਂਦਾ, ਉਸੇ ਦਿਨ ਹੀ ਉਹ ਆਪਣਾ ਸੁਸਾਈਡ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ। ਪਰ ਉਹਨੂੰ ਪਾਲਣ ਵਾਲੀ ਜਿਹੜੀ ਅਮੀਰਾ ਹੁੰਦੀ ਹੈ, ਉਹ ਪਾਗਲ ਹੋ ਜਾਂਦੀ ਹੈ, ਕਹਿੰਦੀ ਹੈ ਕਿ ਸਾਡੇ ਪੈਰਾਂ 'ਚ ਸਿਰਫ ਘੁੰਗਰੂ ਹੀ ਬਣੇ ਨੇ, ਜੇ ਘੁੰਗਰੂਆਂ ਨੂੰ ਅਸੀਂ ਦੁਕਾਰ ਦਿੰਦੇ ਹਾਂ ਤਾਂ ਸਾਡੇ ਲਈ ਸਮਾਜ 'ਚ ਕੋਈ ਥਾਂ ਹੈ ਨਹੀਂ। ਹਾਂ ਨਹੀਂ। ਤਾਂ ਉਹ ਉਹਦੀ ਕਬਰ ਤੇ ਨੱਚਦੀ ਨੱਚਦੀ ਆਪਣੀ ਜਾਨ ਦੇ ਦਿੰਦੀ ਹੈ। ਸੋ ਇਹ ਕਹਾਣੀ ਦਾ ਐਂਡ ਬੜਾ ਹੀ ਸੈਡ ਹੈਗਾ, ਪਰ ਸਤਿੰਦਰ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਕਿ ਇਹਦਾ ਮੈਂ ਪੋਜ਼ਿਟਿਵ ਐਂਡ ਕਰਦੀ, ਕਿਉਂਕਿ ਸਮਾਜ ਨੂੰ ਝੰਜੋੜਨ ਲਈ ਇੰਨਾ ਦਰਦਨਾਕ ਲਿਖਣਾ ਬਹੁਤ ਜ਼ਰੂਰੀ ਸੀ। ਬਿਲਕੁਲ ਜ਼ਰੂਰੀ ਸੀ, ਤਾਂ ਕਿ ਸਮਾਜ ਨੂੰ ਪਤਾ ਲੱਗੇ ਕਿ ਅਸੀਂ ਕੀ ਕਰ ਰਹੇ ਹਾਂ ਤੇ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਇਹਨਾਂ ਦੀ ਮਤਲਬ ਇਹਨਾਂ ਨੂੰ ਦਰਕਾਰਦੇ ਹਾਂ, ਇਹਨਾਂ ਨੂੰ ਅੱਛਾ ਨਹੀਂ ਸਮਝਦੇ। ਹਾਂਜੀ। ਤੇ ਇਹ ਤੁਹਾਡੇ ਇਸ ਨਾਵਲ ਦੇ ਪੰਜਾਬੀ, ਹਿੰਦੀ ਔਰ ਉਰਦੂ ਤਿੰਨਾਂ 'ਚ ਵਰਸ਼ਨ ਹੋਏ ਨੇ। ਇੰਗਲਿਸ਼ ਵਿੱਚ ਵੀ ਹੋ ਗਿਆ ਹੈ ਜੀ, ਇੰਗਲਿਸ਼ ਵਿੱਚ ਜੀ। ਤੇ ਇਸ ਆਦਮ ਗ੍ਰਹਿਣ ਨਾਵਲ ਦੇ ਲਈ ਤੁਹਾਨੂੰ ਟਾਹਾ ਪੁਰਸਕਾਰ ਦਿੱਤਾ ਗਿਆ। ਹਾਂਜੀ। ਇਹ ਤੁਸੀਂ ਸਾਡੇ ਦੋਸਤਾਂ ਨਾਲ ਟਾਹਾ ਪੁਰਸਕਾਰ ਦੇ ਬਾਰੇ ਕੁਝ ਸਾਂਝਾ ਕਰੋ ਕਿ ਇਹ ਕਿਸ ਤਰ੍ਹਾਂ ਦਾ ਪੁਰਸਕਾਰ ਹੈ ਔਰ ਕਿੰਨਾਂ ਨੂੰ ਮਿਲਦਾ ਹੈ, ਇਹਦੇ ਬਾਰੇ ਚ ਸਾਂਝੀ ਕਰੋ ਕੋਈ ਗੱਲਬਾਤ। ਟਾਹਾ ਪੁਰਸਕਾਰ ਇੱਕ ਇੰਟਰਨੈਸ਼ਨਲ ਅਵਾਰਡ ਹੋ ਗਿਆ ਪੰਜਾਬੀ ਲਿਟਰੇਚਰ ਦੇ ਵਿੱਚ, ਜਿਹੜੇ ਕਿ ਬਰਜ ਟਾਹਾ ਤੇ ਉਹਨਾਂ ਦੀ ਫੈਮਿਲੀ ਬੁੱਧ ਸਿੰਘ ਟਾਹਾ ਦੇ ਪਰਿਵਾਰ ਨੇ ਸ਼ੁਰੂ ਕੀਤਾ ਹੋਇਆ ਹੈਗਾ। ਇਹਦੇ ਵਿੱਚ ਸਿਰਫ ਨਾਵਲ ਤੇ ਕਹਾਣੀ ਨੂੰ ਹੀ ਨਾਮ ਦਿੰਦੇ ਨੇ। ਪਿਛਲੇ ਸਾਲ ਜਿਸ ਤਰ੍ਹਾਂ ਹੁਣ 22 ਚੱਲ ਰਿਹਾ, 21 ਚ ਜਿੰਨੀਆਂ ਵੀ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਨੇ, ਉਹ ਲੋਕ ਅਪਲਾਈ ਕਰਦੇ ਆ, ਚਾਹੇ ਪਬਲਿਸ਼ਰ ਕਰਦੇ, ਚਾਹੇ ਕੋਈ ਆਪ ਰਾਈਟਰ ਆਪ ਕਰਦੇ। ਤਾਂ ਉਹਦੇ ਵਿੱਚੋਂ ਤਕਰੀਬਨ 40 ਤੋਂ 50 ਦੇ ਵਿੱਚ ਕਿਤਾਬਾਂ ਹਰ ਸਾਲ ਹੁੰਦੀਆਂ ਨੇ ਕਿ ਨੋਮੀਨੇਟ ਹੁੰਦੀਆਂ ਨੇ।
ਉਸ ਤੋਂ ਬਾਅਦ ਉਹ ਜਿਊਰੀ ਬਣਾਉਂਦੇ ਨੇ, ਉਹਨਾਂ ਦਾ ਸਿਸਟਮ ਤਾਂ ਕਾਫੀ ਕੰਪਲਿਕੇਟਡ ਹੈ। ਜਿਹੜਾ ਮੇਰੇ ਹੀ ਔਖਾ ਹੀ ਸਮਝ ਆਇਆ ਕਿ ਤਿੰਨ ਸਟੈਪਸ ਹੈਗੇ ਨੇ ਜਿਊਰੀਜ਼ ਦੇ, ਜਿਹੜੀ ਹੈਗੀ ਆ ਜੀ ਬੇਸਿਕ ਜਿਊਰੀ ਹੈ, ਫਿਰ ਉਹਨਾਂ ਦੀ ਇਨ ਬਿਟਵੀਨ ਜਿਹੜੀ ਜਿਊਰੀ ਦਾ ਨਾਮ ਪਤਾ ਨਹੀਂ ਕੀ ਰੱਖਦੇ ਕਿ ਉਹ ਹੁੰਦੀ ਹੈ। ਉਸ ਤੋਂ ਬਾਅਦ ਫਿਰ ਕੰਬਾਈਨਡ ਸ਼ਾਹਮੁਖੀ, ਜਿਹਦੇ ਚ ਇੱਕ ਕਿਤਾਬ ਸ਼ਾਹਮੁਖੀ ਦੀ ਤੇ 2 ਪੰਜਾਬੀ ਦੀਆਂ ਨੇ। 3 ਇਨਾਮ ਦੇਣੇ ਨੇ। ਪਹਿਲਾ ਇਨਾਮ 25,000 ਦਾ ਤੇ ਦੂਸਰੇ ਦੋਨੋਂ 10,000 ਦੇ, 10,000 ਡਾਲਰ। ਜੀ ਉਹ ਕਾਫੀ ਇਹਨਾਂ ਦਾ ਸਿਸਟਮ ਮੇਰੇ ਹਿਸਾਬ ਨਾਲ ਤਾਂ ਬਹੁਤ ਫੇਅਰ ਹੈ, ਕਿਉਂਕਿ ਜਿਹੜੇ ਜਦੋਂ ਇਨਾਮ ਮਿਲਦੇ ਆ ਤਾਂ ਉਹ ਕਿਸੇ ਨੂੰ ਵੀ ਕੁਝ ਵੀ ਨਹੀਂ ਪਤਾ ਹੁੰਦਾ ਕਿ ਇਹਨਾਂ ਦੀ ਕਮੇਟੀ ਕੀ ਹੈ। ਨਵੇਂ ਹਰ ਸਾਲ ਇਹਨਾਂ ਦੇ ਜਿਊਰੀ ਮੈਂਬਰਸ ਆਪਣੇ ਹੁੰਦੇ, ਨਵੇਂ ਹੁੰਦੇ ਆ, ਅਪਾਇੰਟ ਕੀਤੇ ਹੁੰਦੇ ਆ ਜੀ। ਬੜਾ ਇੱਕ ਸਰਪ੍ਰਾਈਜ਼ ਹੁੰਦਾ ਕਿ ਜਿਵੇਂ ਕਿ ਮੈਂ ਫੋਨ ਕਾਲ ਆਈ ਤੇ ਤੁਹਾਨੂੰ ਪਤਾ ਲੱਗਦਾ ਕਿ ਅੱਛਾ ਜੀ ਤੁਹਾਨੂੰ ਅੱਛਾ, ਇਨਾਮ ਦਿੱਤਾ ਜਾਏ। ਬਹੁਤ ਵਧੀਆ ਜੀ। ਮਤਲਬ ਕਿ ਮੇਰੇ ਖਿਆਲ ਵਿੱਚ ਤੁਸੀਂ ਪਹਿਲੇ ਔਰਤ ਸੀ ਜਿਨ੍ਹਾਂ ਨੂੰ ਇਹ ਟਾਹ ਪੁਰਸਕਾਰ ਮਿਲਿਆ। ਹਾਂਜੀ ਤੇ ਹਾਂਜੀ ਇੱਕ ਬਹੁਤ ਸਾਡੇ ਵਾਸਤੇ ਇੱਕ ਮਾਣ ਵਾਲੀ ਗੱਲ ਹੈ, ਸਾਡੇ ਪੰਜਾਬ ਤੋਂ ਸਾਡੀ ਇੱਕ ਧੀ ਨੂੰ ਇਹ ਇਨਾਮ ਇੰਟਰਨੈਸ਼ਨਲ ਪੱਧਰ ਦਾ ਇਨਾਮ ਮਿਲਿਆ ਗਿਆ। ਮੈਂ ਜਿਸ ਤਰ੍ਹਾਂ ਜਿਹੜੀ ਤੁਹਾਡੇ ਵਾਸਤੇ ਲਾਈਨ ਕਹੀ ਸੀ ਨਾ ਕਿ ਸੰਘਰਸ਼ਾਂ ਨੇ ਸਿੱਧ ਕਰ ਦਿੱਤਾ ਹੁਣ ਔਰਤ ਕਮਜ਼ੋਰ ਨਹੀਂ, ਤੇ ਤੁਸੀਂ ਇਹ ਸਿੱਧ ਕਰ ਦਿੱਤਾ ਕਿ ਔਰਤ ਵੀ ਹਰ ਖੇਤਰ ਦੇ ਵਿੱਚ, ਭਾਵੇਂ ਉਹ ਪੜ੍ਹਾਈ ਦਾ ਖੇਤਰ ਹੈ, ਬਿਜ਼ਨਸ ਦਾ ਖੇਤਰ ਹੈ, ਲਿਖਣ ਦਾ ਖੇਤਰ ਹੈ, ਉਸ ਵਿੱਚ ਅੱਗੇ ਵੱਧ ਕੇ ਆਪਣਾ ਨਾਮ ਇਸ ਤਰ੍ਹਾਂ ਹੀ ਰੋਸ਼ਨ ਕਰਦੀ ਰਹੇਗੀ। ਤੇ ਸਾਡੇ ਬਹੁਤ ਸਾਰੇ ਅਜ਼ੀਜ਼ ਦੋਸਤਾਂ ਵੱਲੋਂ ਆਪ ਨੂੰ ਮੈਸੇਜ ਆ ਰਹੇ ਨੇ, ਕਮੈਂਟਸ ਆ ਰਹੇ ਨੇ, ਅਸੀਂ ਸਮਾਂ ਹੋਇਆ ਤੇ ਪੜਾਂਗੇ, ਤੇ ਆਪ ਨੂੰ ਬਹੁਤ ਵਧਾਈ ਦੇ ਰਹੇ ਨੇ। ਆਪ ਦੇ ਨਾਵਲ ਆਦਮ ਗ੍ਰਹਿਣ ਨੂੰ ਇੰਨਾ ਵੱਡਾ ਪੁਰਸਕਾਰ ਮਿਲਿਆ ਤੇ ਉਹ ਬੜੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅੱਜ ਹਰਕੀਰਤ ਚਹਿਲ ਕੋਲੋਂ ਅਸੀਂ ਉਹਨਾਂ ਦੀ ਗੱਲਾਂ, ਉਹਨਾਂ ਦੀ ਜ਼ਬਾਨੀ ਸੁਣ ਰਹੇ ਹਾਂ। ਜੀ ਇਸ ਤੋਂ ਬਾਅਦ ਤੁਸੀਂ ਇੰਜ ਪਰਦੇਸਣ ਹੋਈ ਇੱਕ ਸਵੇ ਜੀਵਨੀ ਲਿਖੀ। ਹਾਂਜੀ ਜੀ, ਇਹਦੇ ਵਿੱਚ ਤੁਸੀਂ ਆਪਣੀ ਜੀਵਨੀ ਜਾਂ ਕੀ ਲਿਖਿਆ ਇਹਦੇ ਬਾਰੇ ਦਾ? ਸਿੱਧਰ ਵੈਸੇ ਮੈਂ ਹਜੇ ਸਿਖਾਂਦਰੂ ਹੀ ਹੈ। ਮੈਂ ਆਪਣੇ ਆਪ ਨੂੰ ਅਜੇ ਪ੍ਰੋਪਰ ਇਹ ਵੀ ਨਹੀਂ ਮੰਨਦੀ ਕਿ ਮੈਂ ਲੇਖਕ ਕਹਿ ਸਕਾਂ ਖੁਦ ਨੂੰ, ਕਿਉਂਕਿ ਸ਼ੁਰੂਆਤੀ ਪਹਿਲੇ ਸਟੈਪ ਨੇ ਇਸ ਖੇਤਰ ਦੇ ਵਿੱਚ। ਪਰ ਮੇਰੀ ਡਾਕਟਰ ਦਲੀਪ ਕੌਰ ਟਿਵਾਣਾ ਨਾਲ ਕਾਫੀ ਬਹੁਤ ਗੂੜੀ ਸਾਂਝ ਤੇ ਬੜਾ ਪਿਆਰ ਮੁਹੱਬਤ ਸੀ। ਬਹੁਤ ਕੁਝ ਅਸੀਂ ਗੱਲਾਂ ਕਰਦੇ ਰਹਿੰਦੇ ਸੀ। ਤਾਂ ਉਹਨਾਂ ਨੇ ਇੱਕ ਵਾਰੀ ਮੇਰੇ ਨਾਲ ਗੱਲ ਕੀਤੀ ਸੀ ਕਿ ਹਰਕੀਰਤ, ਮੇਰੇ ਬੇਟੇ ਨੇ ਕੈਨੇਡਾ ਆਉਣਾ, ਕਿ ਮੈਨੂੰ ਲੱਗਦਾ ਕਿ ਤੈਨੂੰ ਪੁੱਛਣਾ ਚਾਹੀਦਾ ਕਿ ਇਹ ਠੀਕ ਸਟੈਪ ਆ ਕਿ ਗਲਤ ਸਟੈਪ ਆ, ਕਿੱਦਾਂ ਦੀ ਜ਼ਿੰਦਗੀ ਹੈ ਜੀ। ਤੇ ਉਦੋਂ ਜੇ ਮੈਨੂੰ ਕੈਨੇਡਾ ਗਏ ਨੂੰ 16 ਕਿ 17 ਸਾਲ ਹੋਏ ਸੀ, ਤੇ ਮੈਂ ਇੱਕ ਪੋਸਟ ਪਾਈ ਸੀ ਕੁਝ ਦਿਨ ਪਹਿਲਾਂ ਹੀ ਫੇਸਬੁੱਕ ਤੇ। ਮੈਂ ਕਿਹਾ ਮੈਡਮ ਤੁਸੀਂ ਬਹੁਤ ਔਖਾ ਪ੍ਰਸ਼ਨ ਪੁੱਛ ਲਿਆ ਕਿ ਹਰ ਇੱਕ ਇਨਸਾਨ ਤੇ ਅਲੱਗ-ਅਲੱਗ ਪਰਿਸਥਿਤੀ ਨੇ, ਅਲੱਗ-ਅਲੱਗ ਉਹਦੇ ਹਾਲਾਤ ਨੇ, ਬਿਲਕੁਲ ਮੇਰੇ ਲਈ ਉਹ ਕਿਸੇ ਲਈ ਨਹੀਂ ਹੋ ਸਕਦੇ। ਇਸ ਕਰਕੇ ਇੱਕ ਮੈਂ ਜਨੈਰਿਕ ਜੀ ਪੋਸਟ ਪਾਈ ਆ, ਤੁਸੀਂ ਮੈਂ ਪੜ੍ਹ ਦਿੰਦੀ ਹਾਂ, ਜੇ ਤੁਹਾਡੇ ਕੁਝ ਸਮਝ ਆਇਆ ਤਾਂ ਦੇਖ ਲਿਓ ਜੀ। ਤਾਂ ਉਹਦੇ ਵਿੱਚ ਮੈਂ ਕੁਝ ਇਸੇ ਤਰ੍ਹਾਂ ਹੀ ਲਿਖਿਆ ਸੀ ਕਿ ਧਰਤੀ ਸੂਈ ਦੇ ਨੱਕੇ ਵਿੱਚੋਂ ਦੀ ਤੁਹਾਨੂੰ ਕੱਢ ਕੇ ਜਦੋਂ ਫਿਰ ਗਲ ਲਾਉਂਦੀ ਹੈ ਤਾਂ ਫਿਰ ਤੁਹਾਨੂੰ ਜੰਨਤ ਵੀ ਦਿਖਾਉਂਦੀ ਹੈ। ਤੇ ਪਰ ਸਾਰਾ ਹਰ ਤਰ੍ਹਾਂ ਦਾ ਜਿਹੜਾ ਹਾਲਾਤ ਨੇ ਬੰਦੇ ਨੂੰ ਇੱਕ ਵਾਰੀ ਜੜੋਂ ਹਿਲਾ ਦਿੰਦੇ ਆ। ਸੋ ਜਦੋਂ ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ, ਕਹਿੰਦੇ ਬਹੁਤ ਅੱਛਾ ਲਿਖਿਆ ਹਰਕੀਰਤ, ਕਹਿੰਦੇ ਇਹਨੂੰ ਐਕਸਟੈਂਸ਼ਨ ਦੇ, ਚਾਹੇ 50 ਪੇਜਾਂ ਦੀ ਕਿਤਾਬ ਹੋਵੇ, ਇੱਕ ਕਿਤਾਬ ਲਿਖੀ ਮੇਰੇ ਕਰਕੇ। ਤੁਸੀਂ ਹਰ ਗੱਲ ਨੂੰ ਥੋੜੀ ਜਿਹੀ ਸ਼ੁਰੂਆਤ ਕੀਤੀ ਪਰ ਤੁਹਾਨੂੰ ਹੱਲਾਸ਼ੇਰੀ ਹਾਂਜੀ ਉਹਨਾਂ ਨੇ ਦੇਖਿਆ ਕਿ ਹਰਕੀਰਤ ਤੇ ਲਿਖ ਸਕਦੀ ਹੈ, ਇਹ ਕਰ ਸਕਦੀ ਹੈ, ਉਹਨਾਂ ਤਾਂ ਹੀ ਤੁਹਾਨੂੰ ਹੱਲਾਸ਼ੇਰੀ ਦਿੱਤੀ। ਹਾਂਜੀ, ਉਹਨੇ ਕਹਿੰਦੇ ਮੇਰੇ ਲਈ ਲਿਖੋ, ਚਾਹੇ ਕਹਿੰਦੇ 50 ਪੇਜ ਦੀ ਹੋਵੇ, ਚਾਹੇ ਤੂੰ ਬਸ ਲਿਖ ਸਹੀ। ਉਹ ਪੂਰੀ ਮੈਨੂੰ ਜਿਸ ਤਰ੍ਹਾਂ ਬੰਦੇ ਨੂੰ ਚਾਅ ਚੜ ਜਾਂਦਾ ਕਿ ਕਿੰਨੀ ਵੱਡੀ ਮਹਾਨ ਸ਼ਖਸੀਅਤ ਨੇ ਤੁਹਾਨੂੰ ਕੋਈ ਕੰਮ ਦਿੱਤਾ, ਤੇ ਮੈਂ ਤਾਂ ਭਾਰੂਗੀ। ਅੱਛਾ, ਉਸੇ ਘੰਟੇ ਕੁ ਬਾਅਦ ਹੀ ਮੈਂ ਪੈਦਲ ਹੀ ਤੁਰ ਕੇ ਗਈ, ਉੱਥੇ ਨੋਟਬੁੱਕ ਤੇ ਪੈਨ ਖਰੀਦੇ, ਮੈਂ ਸ਼ੁਰੂ ਹੋ ਗਈ ਲਿਖਣਾ। ਪੂਰੇ 1.25 ਮਹੀਨੇ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਮੈਡਮ, ਮੈਂ ਨਾ ਤੁਹਾਨੂੰ ਕਈ ਦਿਨਾਂ ਦੀ ਫੋਨ ਕਰਨ ਬਾਰੇ ਸੋਚਦੀ ਸੀ। ਤੇ ਕਹਿੰਦੇ ਮੈਂ ਵੀ ਸੋਚਦੀ ਸੀ। ਕਹਿੰਦੇ ਮੈਂ ਤੇਰੀ ਕਿਤਾਬ ਦਾ ਨਾਮ ਰੱਖ ਦਿੱਤਾ, ਇੰਜ ਪਰਦੇਸਣ ਹੋਈ। ਬਹੁਤ ਅੱਛਾ ਲਿਖਿਆ ਰੱਖਿਆ ਤੁਸੀਂ। ਬਿਲਕੁਲ ਬਿਲਕੁਲ, ਬੜਾ ਢੁਕਵਾਂ ਨਾਮ। ਹਾਂਜੀ, ਕਹਿੰਦੇ ਦੇਖ ਜਿਵੇਂ ਤੈਨੂੰ ਚਾਅ ਚੜਿਆ ਸੀਗਾ ਕਿ ਤੂੰ ਇਹ ਤੇ ਕਿਤਾਬ ਲਿਖਣੀ, ਤੇ ਮੈਂ ਵੀ ਨਾਮ ਨਹੀਂ ਕਿਸੇ ਦਾ ਰੱਖ ਕੇ ਦਿੰਦੀ। ਬੜੇ ਲੋਕ ਮੇਰੇ ਤੋਂ ਟਾਈਟਲ ਪੁੱਛ, ਕਿਤਾਬਾਂ ਦੇ ਟਾਈਟਲ ਚੰਗੇ ਆ ਤੇ ਪਰ ਤੈਨੂੰ ਦੇਖ, ਤੂੰ ਕਿਸਮਤ ਵਾਲੀ ਹੈ, ਤੈਨੂੰ ਬਿਨਾਂ ਕਹੇ ਮੈਂ ਤੈਨੂੰ ਟਾਈਟਲ ਦੇ ਰਹੀ ਹਾਂ ਜੀ। ਤੇ ਮੈਂ ਕਿਹਾ ਮੈਮ ਤੁਸੀਂ ਉਹੀ ਰਿਲੀਜ਼ ਕਰੋਗੇ ਤੇ ਤੁਹਾਨੂੰ ਡੈਡੀਕੇਟਡ ਇਹ ਕਿਤਾਬ। ਤੇ ਬਸ 15 ਦਿਨਾਂ ਬਾਅਦ ਜਦ ਮੈਂ ਆਈ ਤਾਂ ਉਹ ਹਸਪੀਟਲ ਐਡਮਿਟ ਸੀ। ਫਿਰ ਸਾਡੀ ਕੋਈ ਗੱਲ ਨਹੀਂ ਹੋ ਸਕੀ ਤੇ ਕੁਦਰਤ ਨੇ ਨਹੀਂ ਚਾਹਿਆ ਕਿ ਉਹ ਕਿਤਾਬ ਉਹਨਾਂ ਦੇ ਹੱਥਾਂ 'ਚ ਜਾਂਦੀ। ਉਹ ਕਿਤਾਬ ਉਹਨਾਂ ਦੀ ਦੇ। ਬਹੁਤ ਅੱਛੇ, ਬਹੁਤ ਅੱਛੇ। ਇਹ ਤੁਹਾਡੇ ਪਾਸੇ ਕਿਤਾਬਾਂ ਹੈ ਨੇ ਇਸ ਵਕਤ? ਹਾਂਜੀ, ਘਰ ਹੈਗੀਆਂ, ਕੁਝ ਹੈਗੀਆਂ। ਹਾਂਜੀ ਅੱਛਾ, ਹਾਂਜੀ, ਇਹ ਮੈਂ ਦੋਸਤਾਂ ਨੂੰ ਦਿਖਾਣਾ ਚਾਹਾਂਗੀ। ਵੈਸੇ ਤੇ ਸਭ ਦੋਸਤਾਂ ਨੇ ਦੇਖਿਆ ਆਦਮ ਗ੍ਰਹਿਣ, ਜੋ ਆਪਦਾ ਨਾਵਲ ਹੈ। ਇਸਦਾ ਸਰਵਰਕ ਵੀ ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਔਰ ਮੇਰੇ ਪਾਸ ਤੇ 2 ਕੀ ਬੁੱਕਸ ਹੈ ਤੁਹਾਡੀਆਂ, ਮੈਂ ਵੈਸੇ ਪੜ੍ਹ ਰਹੀ ਹਾਂ, ਹੋਰ ਵੀ ਮੰਗਵਾ ਕੇ।
ਤੇ ਸਾਡੇ ਦੋਸਤ ਵੀ ਤੁਹਾਡੀਆਂ ਕਿਤਾਬਾਂ ਪੜ੍ਹਨੀਆਂ ਚਾਹਣਗੇ ਤੇ ਤੁਸੀਂ ਕਿੱਥੋਂ ਉਹਨਾਂ ਨੂੰ ਇਹ ਨਾਵਲ ਮਿਲ ਸਕਦੇ ਤੁਹਾਡੇ ਜਾਂ ਮਿਲ ਸਕਦੀਆਂ? ਗ੍ਰੇਸ਼ੀਅਸ ਬੁੱਕਸ ਪਟਿਆਲਾ ਤੋਂ ਵੀ ਮਿਲ ਜਾਂਦੇ ਨੇ, ਵੈਸੇ ਸਾਰੇ ਸ਼ਹਿਰਾਂ 'ਚ ਹੀ ਪੋਸੀਬਲ ਹੈਗੀਆਂ ਨੇ, ਹਾਂ ਆਈ ਮਿਲਦੀਆਂ ਥਿੰਕ ਕਿ ਹੈਗੀਆਂ। ਹੈ ਨੇ ਬੁੱਕਸ। ਹਾਂਜੀ ਹਾਂਜੀ books। ਤੇ ਦੋਸਤੋ ਤੁਸੀਂ ਇਹਨਾਂ ਦੇ ਨਾਵਲ ਇਹ ਜ਼ਰੂਰ ਪੜ੍ਹਨੇ ਆ। ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਬਹੁਤ ਵਧੀਆ ਨਾਵਲ ਨੇ ਇਹ। ਇਸ ਤੋਂ ਬਾਅਦ ਤੁਸੀਂ ਲਿਖਿਆ ਲੱਠੇ ਲੋਕ ਲਾਹੌਰ ਦੇ। ਹਾਂਜੀ ਇਹ ਤੁਸੀਂ ਬਹੁਤ ਵਾਰੀ, ਪਹਿਲੇ ਚਲੋ ਥੋੜੀ ਹੋਰ ਗੱਲਬਾਤ ਕਰਨੇ, ਤੁਸੀਂ ਕਾਫੀ ਵਾਰੀ ਪਾਕਿਸਤਾਨ ਵੀ ਗਏ, ਹਾਂਜੀ ਬਹੁਤ ਸੋਹਣੇ ਪ੍ਰੋਗਰਾਮਸ ਉੱਥੇ, ਕਿਉਂਕਿ ਤੁਹਾਡੇ ਉੱਥੇ ਜਿੰਨੇ ਵੀ ਕਿਤਾਬਾਂ ਦਾ ਅਨੁਵਾਦ ਕੀਤਾ ਗਿਆ, ਕਿਸ ਦਾ ਅਨੁਵਾਦ ਕੀਤਾ ਗਿਆ ਸ਼ਾਹਮੁਖੀ ਵਿੱਚ? ਉਹਦੇ 'ਚ ਆਦਮ ਗ੍ਰਹਿਣ ਨੂੰ ਉਹਨਾਂ ਨੇ ਤੀਜੀ ਮਖਲੂਕ ਦਾ ਟਾਈਟਲ ਦੇ ਛਾਪਿਆ ਸੀ ਜੀ। ਜੀ ਅੱਛਾ, ਉਹਨਾਂ ਨੇ ਤੀਜੀ ਮਖਲੂਕ ਉਹਦਾ ਨਾਮ, ਠੀਕ ਹੈ। ਹਾਂਜੀ ਹਾਂਜੀ। ਫਿਰ ਮੇਰਾ ਥੋਰਾਂ ਦੇ ਫੁੱਲ ਵੀ ਉਹਨਾਂ ਨੇ ਟਰਾਂਸਲਿਟਰੇਟ ਕਰਕੇ ਛਾਪਿਆ ਲੋਕਸਾਰ ਅੱਛਾ। ਪਬਲੀਕੇਸ਼ਨ ਨੇ। ਤੇ ਉਸ ਤੋਂ ਬਾਅਦ ਲੱਠੇ ਲੋਕ ਲਾਹੌਰ ਦੇ ਵੀ ਟਰਾਂਸਲਿਟਰੇਟ ਕਰਕੇ ਉਹਨਾਂ ਨੇ ਸ਼ਾਹਮੁਖੀ ਦੇ ਵਿੱਚ ਛਾਪਿਆ। ਸੋ ਮੇਰੀਆਂ 3 ਕਿਤਾਬਾਂ ਛਪ ਚੁੱਕੀਆਂ ਨੇ ਫਿਲਹਾਲ, ਬਾਕੀ ਦੇਖੋ ਜੀ। ਜੀ ਤੇ ਤੁਸੀਂ ਹੁਣ ਜਦੋਂ ਲਾਹੌਰ ਗਏ ਤੇ ਉੱਥੇ ਤੁਸੀਂ ਕੀ ਮਹਿਸੂਸ ਕਰਦੇ ਜਾ ਕੇ? ਬਹੁਤ ਅੱਛਾ ਲੱਗਦਾ ਮੈਨੂੰ, ਬਿਲਕੁਲ ਨਹੀਂ ਮਹਿਸੂਸ ਹੁੰਦਾ ਕਿ ਮੈਂ ਕਿਸੇ ਹੋਰ ਮੁਲਕ ਵਿੱਚ ਆਈ ਹਾਂ, ਜੀ ਕਿਉਂਕਿ ਉੱਥੇ ਪੰਜਾਬੀ ਬੋਲਦੇ ਲੋਕ ਬੜੀ ਮਿੱਠੀ ਪੰਜਾਬੀ ਬੋਲਦੇ ਆ, ਤੇ ਮੈਨੂੰ ਪੜ੍ਹਨ ਵਾਲੇ ਵੀ ਬਹੁਤ ਲੋਕ ਹੈਗੇ ਨੇ ਜਿਹੜੇ ਬੜਾ ਮਾਣ ਸਤਿਕਾਰ ਦਿੰਦੇ ਨੇ। ਮਹਿਮਾਨ ਨਵਾਜ਼ੀ ਬੜੀ ਅੱਛੀ ਹੈ ਉਹਨਾਂ ਦੀ। ਤੇ ਬਾਕੀ ਜਿਹੜੀ ਉਹ ਤਾਂਘ ਹੁੰਦੀ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਜਾਣਾ, ਬਿਲਕੁਲ 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 ਸਾਡੇ ਲਈ ਮੁਕੱਦਸ ਥਾਂ ਹੈਗੀ ਆ, ਸਾਡੇ ਲਈ ਉਹ ਮੱਕਾ ਹੈ, ਤੇ ਉੱਥੇ ਜਾਣਾ ਆਪਣੇ ਆਪ ਵਿੱਚ ਬਹੁਤ ਵੱਡੀ ਸਕੂਨ ਦੇ ਜਿਹੜੀ ਗੱਲ ਹੋ ਜਾਂਦੀ ਹੈ। ਤੇ ਦੂਸਰਾ ਬਾਕੀ ਉਹਨਾਂ ਲੋਕਾਂ ਦੀ ਰਹਿਣੀ ਸਹਿਣੀ ਜਿਹੜੀ ਵਿਰਾਸਤ ਉਹਨਾਂ ਨੇ ਸਾਂਭ ਕੇ ਰੱਖੀ ਹੈ, ਇਸ ਤਰ੍ਹਾਂ ਲੱਗਦਾ ਕਿ ਤੁਸੀਂ ਕਈ ਦਹਾਕੇ ਪਿੱਛੇ ਚਲੇ ਜਾਂਦੇ ਹੋ। ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇਖੋ, ਮੰਦਿਰ ਦੇਖੋ, ਮਸੀਤਾਂ ਦੇਖੋ, ਲਾਹੌਰ ਸ਼ਹਿਰ ਦੇ ਬਹੁਤ ਸੋਹਣਾ ਆਰਕੀਟੈਕਟ ਬੜਾ ਹੈਗਾ ਜੀ। ਤੁਹਾਨੂੰ ਇੱਕ ਬਹੁਤ ਹੀ ਟ੍ਰੈਡੀਸ਼ਨਲ ਜੀ ਫੀਲਿੰਗ, ਤੁਹਾਨੂੰ ਬਹੁਤ ਨਸਟੈਲਜਿਕ ਲੱਗਦਾ ਹੈ। ਮਤਲਬ ਕਿ ਸਾਨੂੰ ਲੱਗਦਾ ਕਿ ਇਹ ਸਾਡੇ ਨਾ, ਮਤਲਬ ਸਾਡਾ ਇੱਥੇ ਸੰਬੰਧ ਹੈ, ਕਿਉਂਕਿ ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਇੱਧਰ ਆਏ, ਇੱਧਰ ਦੇ ਉੱਧਰ ਗਏ, ਲੋਕਾਂ ਦਾ ਆਪਸ 'ਚ ਸੰਬੰਧ ਹੈ ਔਰ ਬਹੁਤ ਪਿਆਰ ਵੀ ਦਿੰਦੇ ਨੇ। ਉਹ ਚਾਹੁੰਦੇ ਨੇ ਕਿ ਸਾਡਾ ਇੱਕ ਦੂਸਰੇ ਨਾਲ ਮੇਲ ਮਿਲਾਪ ਵੱਧਦਾ ਰਹੇ। ਬਿਲਕੁਲ ਹਾਂਜੀ ਤੇ ਹਾਂਜੀ। ਉੱਥੇ ਤੁਹਾਡੀਆਂ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ ਹਾਂਜੀ ਕਿ ਹੁਣ ਵੀ ਇਹ ਪਿਛਲੇ ਦਿਨਾਂ 'ਚ ਵੀ ਲਾਹੌਰ ਗਏ, ਉਦੋਂ ਤੁਸੀਂ ਉੱਥੇ ਕੀ ਮਤਲਬ ਕਿਸ ਪਰਪਸ ਵਾਸਤੇ ਗਏ ਸੀ, ਹੁਣ ਜਦੋਂ ਕੁਝ ਦਿਨ ਪਹਿਲੇ ਗਏ? ਹਾਂਜੀ ਇਹਦੇ ਐਕਚੁਅਲੀ ਲੱਠੇ ਲੋਕ ਲਾਹੌਰ ਦੇ ਹੁਣ ਰੀਸੈਂਟਲੀ ਮੇਰਾ ਇੱਧਰ ਰਿਲੀਜ਼ ਹੋਇਆ, ਤਾਂ ਉਹਨਾਂ ਨੇ ਨਾਲ ਦੀ ਨਾਲ ਹੀ ਕੁਝ ਮਹੀਨੇ ਬਾਅਦ ਹੀ ਇਹਨੂੰ ਟਰਾਂਸਲਿਟਰੇਟ ਕਰਕੇ ਸ਼ਾਹਮੁਖੀ ਦੇ ਵਿੱਚ ਰਿਲੀਜ਼ ਕਰਨਾ ਸੀ, ਜਿਹਦੇ ਲਈ ਮੈਂ ਗਈ ਸੀ। ਤੇ ਉਸ ਤੋਂ ਪਹਿਲਾਂ ਦੇ ਹੀ ਪ੍ਰੋਸੈਸ ਚੱਲ ਰਿਹਾ ਸੀ। ਥੋਰਾਂ ਦੇ ਫੁੱਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਆ ਰਹੇ ਨੇ, ਤਾਂ ਉਹਨਾਂ ਨੇ ਉਹਦੇ ਵੀ ਰਿਲੀਜ਼ ਫੰਕਸ਼ਨ ਦੋਨੇ ਕਿਤਾਬਾਂ ਅਲੱਗ-ਅਲੱਗ ਦਿਨਾਂ ਤੇ ਰਿਲੀਜ਼ ਕੀਤੀਆਂ। ਕੁਝ ਰੂਬਰੂ ਰੱਖੇ ਹੋਏ ਸੀ, ਤੇ ਬਾਕੀ ਹੋਰ ਸਭਾਵਾਂ 'ਚ ਲੋਕ ਸ਼ਾਇਰ ਉਹਨਾਂ ਨਾਲ ਮਿਲਣੀਆਂ ਗਿਲਣੀਆਂ ਕੀਤੀਆਂ, ਸ਼ਾਪਿੰਗ ਕੀਤੀ, ਜਿਹੜਾ ਕਿ ਆਪਾਂ ਹਮੇਸ਼ਾ ਕਰਦੇ ਹਾਂ। ਹਾਂਜੀ ਤੁਸੀਂ ਦੇਖੋ, ਭਾਰਤ ਇੰਡੀਆ ਵੀ ਰਹਿੰਦੇ, ਤੁਸੀਂ ਕੈਨੇਡਾ ਵੀ ਗਏ, ਪਾਕਿਸਤਾਨ ਵੀ ਗਏ, ਤੁਹਾਨੂੰ ਕੁਝ ਸਮਾਨਤਾ ਜਾਂ ਕੋਈ ਡਿਫਰੈਂਸਿਸ ਕੀ ਲੱਗਾ ਆਪਸ ਵਿੱਚ? ਕਿਸ ਤਰ੍ਹਾਂ ਮਹਿਸੂਸ ਹੋਇਆ ਤਿੰਨੇ ਕੰਟਰੀਜ਼ ਵਿੱਚ ਤੁਹਾਨੂੰ? ਦੇਖੋ, ਜਦੋਂ ਤੁਸੀਂ ਕੈਨੇਡਾ 'ਚ ਜਾਂਦੇ ਹੋ, ਉੱਥੇ ਤੁਹਾਨੂੰ ਉਨੀ ਪੜਤ ਨਹੀਂ ਲੱਗਦੀ ਜਿੰਨੀ ਪਾਕਿਸਤਾਨ ਜਾ ਕੇ ਲੱਗਦੀ ਹੈ। ਅੱਛਾ ਜੀ। ਕਿਉਂਕਿ ਦੇਖੋ, ਪਾਕਿਸਤਾਨ ਦੇ ਵਿੱਚ ਦੇਖਣੀ ਪਾਖਣੀ ਸਾਡੇ ਵਾਲੀ, ਬੋਲੀ ਪਹਿਰਾਵਾ ਸਾਡੇ ਵਾਲਾ, ਰੀਤੀ ਰਿਵਾਜ ਸਾਡੇ ਵਾਲੇ ਹੈ ਨਾ, ਸਾਡੇ ਵਾਲੇ ਖਾਣੇ ਪੀਣੇ ਸਾਰਾ ਕੁਝ। ਤੇ ਉਹ ਤਾਂ ਇਹੀ ਲੱਗਦਾ ਕਿ ਇੱਕ ਸਰਹੱਦ ਤਾਂ ਇਹਨਾਂ ਨੇ ਬਣਾ ਦਿੱਤੀ ਹੈ। ਬਾਕੀ ਜੇ ਤੁਸੀਂ ਹੁਣ ਲਾਹੌਰ ਖੜ ਕੇ, ਕਈ ਵਾਰੀ ਤੁਹਾਨੂੰ ਲੱਗਦਾ ਤੁਸੀਂ ਲੁਧਿਆਣੇ ਹੋ, ਕਦੇ ਲੱਗਦਾ ਮੋਹਾਲੀ ਖੜੇ ਹੋ, ਕਦੇ ਤੁਹਾਨੂੰ ਇਹ ਲੱਗਦਾ ਤੁਸੀਂ ਨਾਭੇ ਪਟਿਆਲੇ ਹੋ, ਹਨਾ। ਸੋ ਇਹਨਾਂ ਦੀ ਫੀਲਿੰਗ ਆਉਂਦੀ। ਪਰ ਕੈਨੇਡਾ ਜਾ ਕੇ ਇਹੋ ਜਿਹੀ ਕੋਈ ਫੀਲਿੰਗ ਨਹੀਂ ਹੁੰਦੀ। ਉਹ ਟੋਟਲੀ ਡਿਫਰੈਂਟ ਲੋਕ, ਆਲਾ ਦੁਆਲਾ ਮੌਸਮ, ਦਿਨ ਤਿਉਹਾਰ, ਉੱਥੇ ਦੀਵਾਲੀਆਂ ਲੋਹੜੀਆਂ ਦਾ ਨਹੀਂ ਪਤਾ ਲੱਗਦਾ। ਸੋ ਉਹ ਇੱਕ ਟੋਟਲੀ ਡਿਫਰੈਂਟ ਫੀਲਿੰਗ ਹੈਗੀ ਹੈ। ਪਰ ਪਾਕਿਸਤਾਨ ਤਾਂ ਆਪਣਾ ਹੀ ਲੱਗਦਾ ਹੈ। ਬਿਲਕੁਲ। ਤੇ ਫਿਰ ਹਰਕਿਰਤ ਲੋਕ ਮਤਲਬ ਪ੍ਰਵਾਸ ਕਿਉਂ ਕਰ ਰਹੇ ਨੇ? ਲੋਕ ਕੈਨੇਡਾ ਕਿਉਂ ਜਾ ਰਹੇ ਨੇ? ਫਿਰ ਤੁਸੀਂ ਕੀ ਸਮਝਦੇ ਇਸ ਦਾ ਕਾਰਨ? ਹਾਂ, ਇਸ ਦਾ ਕਾਰਨ ਬਿਲਕੁਲ ਜਿਹੜਾ ਹੈ ਨਾ, ਸਿਸਟਮ ਹੈਗਾ, ਹੋਰ ਕੋਈ ਵੀ ਚੀਜ਼ ਨਹੀਂ। ਦੇਖੋ, ਤੁਸੀਂ ਆਪਾਂ ਇੱਥੇ ਇੰਡੀਆ 'ਚ ਰਹਿੰਦੇ ਹਾਂ, ਪਾਕਿਸਤਾਨ ਦੇ ਵਿੱਚ ਰਹਿੰਦੇ ਹਾਂ, ਸਾਡੇ ਕੋਲ ਕਿੰਨੇ ਮੌਸਮ ਨੇ। ਸਾਡੇ ਕੋਲੇ ਬਸੰਤ ਆਉਂਦੀ ਆ, ਬਹਾਰ ਆਉਂਦੀ ਆ, ਗਰਮੀ ਆ, ਸਰਦੀ ਆ, ਹਨਾ, ਸਾਰਾ ਕੁਝ। ਪਤਝੜ ਵੀ ਆਉਂਦੀ ਹੈ। ਹੁਣ ਤੁਸੀਂ ਉੱਥੇ ਜਾ ਕੇ ਸਿਰਫ 2 ਵਿੰਟਰ ਤੇ ਤੁਹਾਡੇ ਕੋਲੇ ਸਮਰ ਰਹਿ ਜਾਂਦੀ ਹੈ। ਸਮਰ ਬੜੀ ਛੋਟੀ ਜੀ, ਸਾਰਾ ਟਾਈਮ ਵਿੰਟਰ। ਅਸੀਂ ਜਿਹੋ ਜਿਹੀ ਮਿੱਟੀ ਦੇ ਵਿੱਚ ਪੈਦਾ ਹੋਇਆ, ਸਾਡਾ ਸੁਭਾਅ ਹੀ ਨਹੀਂ ਹੈਗਾ ਕਿ ਅਸੀਂ ਛੇਤੀ ਬਿਲਕੁਲ ਬਿਲਕੁਲ ਬਿਲਕੁਲ। ਇੱਥੋਂ ਦਾ ਜਿਹੜਾ ਕਲਾਈਮੇਟ ਹੈਗਾ, ਇੱਥੋਂ ਦਾ ਜਿਹੜਾ ਸੋਸ਼ਲ ਸਟਰਕਚਰ ਹੈਗਾ, ਲੋਕਾਂ ਨਾਲ ਮਿਲਣਾ ਗਿਲਣਾ, ਜਦੋਂ ਮਰਜ਼ੀ ਕੋਈ ਆ ਰਿਹਾ ਜਾ ਰਿਹਾ, ਕਿਸੇ ਦੇ ਜਦੋਂ ਮਰਜ਼ੀ ਜਾਓ, ਹਨਾ, ਤੇ ਲੋਕ ਕਿੰਨਾ ਇੰਟਰੈਕਟ ਕਰਦੇ ਨੇ। ਉੱਥੇ ਚੀਜ਼ਾਂ ਸਾਰੀਆਂ ਮਿਸਿੰਗ ਹੈਗੀਆਂ। ਬਟ ਸਾਰਿਆਂ ਨੂੰ ਖੂਬਸੂਰਤ ਗੱਲ ਇਹ ਹੈਗੀ ਹੈ, ਇੱਕ ਤਾਂ ਪੋਲਿਊਸ਼ਨ ਨਹੀਂ ਹੈਗੀ। ਉਹਨਾਂ ਲੋਕਾਂ ਨੇ ਜਿਹੜਾ ਵਾਤਾਵਰਨ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ। ਸਾਫ਼ ਪਾਣੀ ਤੁਹਾਨੂੰ ਮਿਲਦਾ, ਸਾਫ਼ ਹੀ ਉਹਨਾਂ ਨੇ ਸਿਸਟਮ ਰੱਖਿਆ ਹੋਇਆ
ਆਪਣਾ ਜਿਹੜਾ ਸਮਾਜਿਕ ਢਾਂਚਾ ਕਿਤੇ ਕੰਮ ਕਰਾਉਣੇ ਨੇ, ਉਹਨਾਂ ਲਈ ਕੋਈ ਰੂਲਸ ਨੇ, ਲਾਜ਼ ਨੇ। ਇੱਥੇ ਅਸੀਂ ਇਹ ਚੀਜ਼ਾਂ ਅਸੀਂ ਆਪ ਹੀ ਖਰਾਬ ਕਰ ਲਈਆਂ ਤੇ ਸਭ ਤੋਂ ਖੂਬਸੂਰਤ ਧਰਤੀ ਨੂੰ ਅਸੀਂ ਰਹਿਣ ਯੋਗ ਨਹੀਂ ਰਹਿਣ ਦਿੱਤਾ। ਬਿਲਕੁਲ ਜਿਹੜੀ ਇਨਸਿਕਿਉਰਿਟੀ ਆ, ਕੰਪੀਟੀਸ਼ਨ ਡਿਊ ਬਹੁਤ ਜ਼ਿਆਦਾ ਪਾਪੂਲੇਸ਼ਨ ਹੋਣ ਕਰਕੇ ਜਨਸੰਖਿਆ ਇੰਨੀ ਵੱਧ ਗਈ ਹੈ ਤੇ ਬੱਚਿਆਂ ਨੂੰ ਤੁਹਾਡੇ ਸਾਹਮਣੇ ਪੜ੍ਹਾਈਆਂ ਦੇ ਵਿੱਚ ਤੁਸੀਂ ਆਪ ਦੇਖਦੇ ਹੋ ਕਿ ਕਿੰਨਾ ਕੰਪੀਟੀਸ਼ਨ ਹੈਗਾ, ਫਿਰ ਬਿਲਕੁਲ। ਜੌਬਸ ਨਹੀਂ ਮਿਲਦੀਆਂ, ਬੇਰੁਜ਼ਗਾਰੀ ਇੰਨੀ ਹੈਗੀ ਹੈ। ਸੋ ਇਸ ਦੇ ਸਤਾਏ ਲੋਕ ਸੋਚਦੇ ਨੇ ਕਿ ਸ਼ਾਇਦ ਭਵਿੱਖ ਉੱਥੇ ਸੁਰੱਖਿਅਤ ਹੈਗਾ, ਜੀ ਪਰ ਜਿਵੇਂ ਆਪਣੇ ਵਰਗੇ ਲੋਕ ਜਿਹੜੇ ਜਾਂਦੇ ਆ ਉਹਨਾਂ ਦਾ ਦਿਲ ਬੜੇ ਔਖਾ ਲੱਗਦਾ, ਪੈਰ ਲਾਉਣੇ ਬੜੇ ਔਖੇ ਹੁੰਦੇ ਨੇ। ਇਹ ਵੀ ਇੱਕ ਬੜੀ ਵੱਡੀ ਤਪੱਸਿਆ ਤੇ ਸਾਧਨਾ ਤੇ ਬਹੁਤ ਵੱਡਾ ਸਟੈਪ ਹੁੰਦਾ ਜ਼ਿੰਦਗੀ। ਤੁਹਾਨੂੰ ਵੀ ਬਹੁਤ ਮੁਸ਼ਕਲਾਂ ਆਈਆਂ ਹੋਣਗੀਆਂ ਪਹਿਲੇ ਗਏ? ਬਿਲਕੁਲ ਆਉਂਦੀਆਂ ਨੇ, ਬਟ ਮੈਂ ਲੋਕਾਂ ਦੇ ਕੰਪੈਰੀਟਿਵਲੀ ਜਦੋਂ ਆਪਦੇ ਆਪ ਨੂੰ ਦੇਖਦੀ ਹਾਂ, ਮੈਂ ਕਾਫੀ ਖੁਸ਼ਕਿਸਮਤ ਹਾਂ, ਲੱਕੀ ਹਾਂ ਕਿ ਮੈਨੂੰ ਉਸ ਤਰ੍ਹਾਂ ਦੀਆਂ ਨਹੀਂ ਆਈਆਂ। ਇੱਕ ਤਾਂ ਅਸੀਂ ਸਕਿਲਡ ਕੈਟਾਗਰੀ 'ਚ ਗਏ ਸੀਗੇ, ਦੂਸਰਾ ਸੀ ਕਿ ਮੈਨੂੰ 9 ਮਹੀਨੇ ਦੇ ਵਿੱਚ ਉੱਥੇ ਟੀਚਿੰਗ 'ਚ ਲਾਇਸੈਂਸ ਮਿਲ ਗਿਆ ਸੀ, ਮੈਂ ਪੜ੍ਹਾਉਣ ਲੱਗ ਗਈ ਸੀ। ਜੀ ਬਹੁਤ ਅੱਛੇ। ਤੇ ਜਦੋਂ ਤੁਹਾਡੇ ਕੋਲੇ, ਜਦੋਂ ਤੁਸੀਂ ਆਪਦੇ ਪ੍ਰੋਫੈਸ਼ਨ 'ਚ ਚਲੇ, ਤੁਹਾਨੂੰ 90% ਸੈਟੀਸਫੈਕਸ਼ਨ ਤਾਂ ਤੁਹਾਡੀ ਉੱਥੇ ਹੁੰਦੀ ਹੈ ਕਿ ਚਲੋ ਮੈਂ ਉੱਥੇ ਵੀ ਮੈਂ ਅਧਿਆਪਕ ਸੀ ਤੇ ਇੱਥੇ ਵੀ ਅਧਿਆਪਕ ਹਾਂ, ਮੈਨੂੰ ਬਿਲਕੁਲ। ਕੋਈ ਫਰਕ ਨਹੀਂ ਪਿਆ। ਉਸ ਤੋਂ ਬਾਅਦ ਬਾਕੀ ਮੇਰੇ ਹਸਬੈਂਡ ਨੇ, ਉਹਨਾਂ ਨੇ 3-4 ਸਾਲ ਬਾਅਦ ਉਹਨਾਂ ਨੇ ਵੀ ਲਾਇਸੈਂਸ ਲੈ ਲਿਆ, ਉਹ ਵੀ ਆਪਦੇ ਫੀਲਡ 'ਚ ਡਾਕਟਰ ਬਣ ਗਏ। ਤਾਂ ਸਾਨੂੰ ਇਹ ਲੱਗਦਾ ਸੀ ਕਿ ਅਸੀਂ ਦੋਨੋਂ ਸੈਟਲ ਹੋ ਗਏ ਆ। ਪਰ ਜੇ ਕਿਤੇ ਲੋਕਾਂ ਦੀ ਤਰ੍ਹਾਂ ਆਪਣੀਆਂ ਡਿਗਰੀਆਂ ਸਾਈਡ ਤੇ ਰੱਖ ਕੇ ਔਡ ਜੌਬਸ ਕਰਨੀਆਂ ਪੈਂਦੀਆਂ, ਥਾਂ ਤੇ ਲੋਕਾਂ ਕੋਲ ਨੌਕਰੀਆਂ ਬਿਲਕੁਲ ਪੈਂਦਾ, ਤਾਂ ਫਿਰ ਬਹੁਤ ਰੁਲਣ ਵਰਗਾ ਕੰਮ ਹੋ ਜਾਂਦਾ ਜੀ। ਤੇ ਤੁਹਾਡੇ ਬੱਚੇ ਕੀ ਕਰ ਰਹੇ ਨੇ? ਬੱਚੇ ਮੇਰੇ ਇੱਕ ਬੇਟੀ ਹੈ ਜੀ, ਵੱਡੀ, ਉਹ ਡਾਕਟਰ ਹੈਗੀ ਹੈ ਜੀ ਤੇ ਉਹ ਅਪਗ੍ਰੇਡ ਕਰ ਰਹੀ ਹੈ, ਉਹਨੇ ਮੈਡੀਸਨ ਕੀਤੀ ਹੈ ਤੇ ਬੇਟੇ ਨੇ ਵੈਟਰਨਰੀ ਸਾਇੰਸਿਸ ਕੀਤੀ ਹੈ, ਆਪਣੇ ਪਾਪਾ ਦੇ ਨਾਲ ਹੀ ਹਸਪੀਟਲ 'ਚ ਕੰਮ ਕਰਦਾ ਹੈ। ਹਾਂਜੀ ਬਹੁਤ ਅੱਛੇ। ਫਿਰ ਤੇ ਤੁਹਾਡਾ ਬੜਾ ਵੈਲ ਸੈਟਲਡ ਫੈਮਿਲੀ ਹੈ ਨਾ, ਬਹੁਤ ਅੱਛੇ। ਤੇ ਇਹ ਤੁਹਾਡੀ ਜਿਹੜੀ ਹੁਣ ਕਿਤਾਬ ਸੀ, ਇਹ ਵਾਲੀ ਲੱਠੇ ਲੋਕ ਲਾਹੌਰ ਦੇ, ਇਹਦੇ ਵਿੱਚ ਤੁਸੀਂ ਸਾਰਿਆਂ ਲਾਹੌਰ ਦੀਆਂ ਗੱਲਾਂ ਆਪ ਪੀਤੀਆਂ, ਜਿੱਥੇ ਜਿੱਥੇ ਤੁਸੀਂ ਗਏ, ਇਹਦੇ ਵਿੱਚ ਤੁਸੀਂ ਕੀ ਹੈ, ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਹਾਂਜੀ, ਇਹ ਸਫ਼ਰਨਾਮਾ ਹੈਗਾ। ਇਹਦੇ ਵਿੱਚ ਜਿਸ ਤਰ੍ਹਾਂ ਮੈਂ ਇਹਨੂੰ 6 ਭਾਗਾਂ 'ਚ ਵੰਡਿਆ ਕਿ ਸਬੱਬੀ ਹੋ ਗਏ ਮੇਲੇ, ਕਿ ਮੇਰਾ ਕਿਵੇਂ ਸਬੱਬ ਬਣਿਆ ਜਾਣ ਦਾ ਨਾ, ਤਾਂਗਾ ਵਾਲੇ ਨੈਣ ਕਿ ਮੈਂ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਉਹ ਦਿਨ ਨੂੰ ਲਿਖਿਆ ਜਦੋਂ ਮੈਂ ਉੱਥੇ ਪਹੁੰਚੀ ਹੈ ਨਾ। ਤੇ ਇਸੇ ਤਰ੍ਹਾਂ ਮੇਰਾ ਲੋਰੀ ਨਾ ਖੋਹ ਮੇਰੀ, ਲੋਰੀ ਨਾ ਖੋਹ ਮੇਰੀ, ਉਸ ਦਿਨ ਉੱਥੇ ਰੈਲੀ ਸੀਗੀ, ਲੋਕ ਨਾਅਰੇ ਲਾ ਰਹੇ ਸੀ, ਤਾਂ ਮੈਨੂੰ ਮਤਲਬ ਮੇਰੇ ਮਨ 'ਚ ਵੈਸੇ ਆਇਆ ਵੀ ਲੋਰੀ ਨਾ ਖੋਵੋ ਮੇਰੀ ਮਾਂ ਦੀ ਸਕੀਰੀ ਹੈ ਹਨਾ। ਤੇ ਉਹ ਇਸੇ ਤਰ੍ਹਾਂ ਇਹਨਾਂ ਨੂੰ ਮੈਂ ਭਾਗਾਂ 'ਚ ਵੰਡ ਕੇ 5 ਦਿਨ ਸੀ, 5-6 ਦਿਨਾਂ ਦੇ 19 ਚੈਪਟਰ ਬਣਾਏ ਉਹਨਾਂ ਦਿਨਾਂ ਦਾ। ਉੱਚਾ ਬੁਰਜ ਲਾਹੌਰ ਦਾ, ਹਾਂਜੀ, ਨਾਨਕ ਲਾਲੋ ਲਾਲ ਹੈ ਵੇ ਚੱਲ ਮੋੜ ਮੁਹਾਰਾ, ਬਹੁਤ ਟਾਈਟਲ ਵੀ ਬਹੁਤ ਅੱਛੇ ਤੁਸੀਂ ਹਰ ਇੱਕ ਮਤਲਬ ਦਿੱਤੇ ਪਏ, ਜਿਹੜਾ ਵੀ ਕੁਝ ਲਿਖਿਆ, ਕੁਝ ਪੇਜਿਸ ਦਾ ਬਹੁਤ ਵਧੀਆ ਹੈਡਿੰਗਸ ਦਿੱਤੇ ਤੁਸੀਂ, ਬਹੁਤ ਅੱਛਾ। ਔਰ ਬਹੁਤ ਸੋਹਣੀਆਂ ਤਸਵੀਰਾਂ ਨੇ ਦੋਸਤੋ, ਦੇਖੋ ਇਹਦੇ 'ਚ ਲਾਹੌਰ ਦੀਆਂ ਨੇ ਤਸਵੀਰਾਂ ਕੁਝ, ਉਸ ਤੋਂ ਬਾਅਦ ਫਿਰ ਸ਼ਾਇਦ ਨਨਕਾਣਾ ਸਾਹਿਬ ਦੀਆਂ ਵੀ ਨੇ, ਪੁਰਾਣੇ ਦਰਵਾਜ਼ੇ ਨੇ, ਡਿਓੜੀਆਂ ਨੇ ਲਾਹੌਰ 'ਚ। ਇਹ ਮੈਨੂੰ ਲੱਗਦਾ ਕਿ ਸਾਡੇ ਇੱਧਰ ਇਸ ਤਰ੍ਹਾਂ ਦੀਆਂ ਡਿਓੜੀਆਂ ਜਾਂ ਚੀਜ਼ਾਂ ਖਤਮ ਹੋ ਗਈਆਂ, ਪਰ ਉੱਥੇ ਅਜੇ ਵੀ ਬਰਕਰਾਰ ਨੇ, ਜ਼ਿਆਦਾ ਨੇ। ਲਾਹੌਰ ਮੈਂ ਵੀ ਦੇਖਿਆ, ਪਾਕਿਸਤਾਨ ਦੇਖਿਆ, ਉੱਥੇ ਅਜੇ ਜ਼ਿਆਦਾ ਮਤਲਬ ਲੋਕਾਂ ਨੇ ਮੇਨਟੇਨ ਕੀਤਾ ਹੋਇਆ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਨੂੰ। ਹਾਂਜੀ, ਉਹਨਾਂ ਨੇ ਕਾਫੀ ਵਿਰਾਸਤ ਸੰਭਾਲ ਰੱਖੀ ਹੈ, ਹਿਸਟੋਰੀਕਲ ਸਿਟੀ ਹੋਣ ਦੇ ਨਾਤੇ ਕਾਫੀ ਉਹਨਾਂ ਦੀ ਗਵਰਨਮੈਂਟ ਕਾਫੀ ਐਫਰਟਸ ਕਰਦੀ ਹੈ ਤੇ ਲੋਕਾਂ ਨੂੰ ਵੀ ਕਾਫੀ ਸ਼ੌਂਕ ਹੈਗਾ, ਕਿਉਂਕਿ ਉਹ ਲਾਹੌਰ ਦੀ ਅਟਰੈਕਸ਼ਨ ਹੀ ਇਹੀ ਹੈ। ਤੁਹਾਨੂੰ ਰਿਆਸਤੀ ਸ਼ਹਿਰ ਅੱਜ ਵੀ ਦੇਖੋ ਕਰਨੇ ਤਾਂ ਤੁਹਾਨੂੰ ਇਹ ਲੱਗਦਾ ਕਿ ਸ਼ਾਇਦ ਇੱਥੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਦਾ ਰਹਿੰਦੇ ਹੋਣੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਫਿਰ ਤੁਹਾਨੂੰ ਬਹੁਤ ਅੱਛਾ ਮਹਿਸੂਸ ਹੋਇਆ ਲਾਹੌਰ 'ਚ? ਹਾਂਜੀ, ਬਹੁਤ ਅੱਛਾ, ਬਹੁਤ ਅੱਛਾ ਜੀ। ਤੇ ਇਹ ਮੈਂ ਤੁਹਾਨੂੰ ਬੜੀ ਦੇਰ ਤੋਂ ਮੇਰੇ ਮਨ 'ਚ ਆ ਰਿਹਾ ਸੀ ਕਿ ਤੁਸੀਂ ਇਹਨਾਂ ਚੀਜ਼ਾਂ ਲਈ ਸਮਾਂ ਕਿਸ ਤਰ੍ਹਾਂ ਕੱਢ ਲੈਂਦੇ। ਬੱਚੇ ਤੁਹਾਡੇ ਦੇਖੋ ਇੰਨੇ ਵੈਲ ਐਜੂਕੇਟਿਡ ਬੱਚੇ ਹੈ, ਤੁਸੀਂ ਉੱਥੇ ਇੱਕ ਮੈਨੇਜਿੰਗ ਡਾਇਰੈਕਟਰ ਹੋ ਇੱਕ ਹਸਪੀਟਲ 'ਚ ਸੰਭਾਲਦੇ ਜੇ, ਫਿਰ ਕੈਨੇਡਾ ਜਿੱਥੇ ਕਿ ਵਰਕ ਕਲਚਰ ਹੈ, ਕੰਮ ਕਰਨਾ ਪੈਂਦਾ ਸਾਡੇ ਇੰਡੀਆ ਨਾਲੋਂ ਜ਼ਿਆਦਾ, ਤੇ ਤੁਸੀਂ ਕਿਵੇਂ ਸਮਾਂ ਕਿਵੇਂ ਕੱਢਦੇ ਇੰਨਾ ਕੁਝ ਕਰਨ ਲਈ? ਸਿੰਦਰ, ਮੈਨੂੰ ਇਹ ਲੱਗਦਾ ਕਿ ਜਦੋਂ ਬੰਦੇ ਦੇ ਅੰਦਰ ਤਾਂਘ ਹੁੰਦੀ ਹੈ, ਜਦੋਂ ਤੁਹਾਨੂੰ ਕੋਈ ਚੀਜ਼ ਬਿਲਕੁਲ ਤੁਹਾਡਾ ਪੈਸ਼ਨ ਬਣ ਜਾਂਦੀ ਹੈ, ਫਿਰ ਉਹ ਟਾਈਮ ਕਿਵੇਂ ਨਾ ਕਿਵੇਂ ਮੈਨੇਜ ਕਰ ਲੈਂਦੇ ਹੋ। ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਜੇ ਅਸੀਂ ਸ਼ਾਪਿੰਗ ਲਈ ਜਾਣਾ, ਘਰ ਦੇ ਕੰਮ ਛੇਤੀ ਨਿਬੇੜ ਕੇ ਭੱਜਦੇ ਆ ਨਾ ਕਿਸੇ ਨਾ ਕਿਸੇ ਬਿਲਕੁਲ 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 ਬਿਲਕੁਲ, ਕਦੀ ਛੁੱਟੀ ਦੇਖ ਲਈ ਉਦੋਂ ਟਪਲਾ ਮਾਰ ਕੇ। ਬਿਲਕੁਲ ਬਿਲਕੁਲ। ਮੇਰਾ ਵੀ ਹੈ ਕਿ ਮੈਂ ਕਈ ਵਾਰੀ ਫਿਰ ਆਪਣੀ ਨੀਂਦ ਘੱਟ ਕਰ ਦਿੰਦੀ ਹਾਂ, ਜਾਂ ਮੈਂ ਆਪਣੀ ਕੁਕਿੰਗ ਨੂੰ ਬਰੀਫ ਕਰ ਦਿੰਦੀ ਹਾਂ ਕਿ ਚਲੋ ਅੱਜ ਥੋੜਾ ਜਿਹਾ ਜਲਦੀ ਕੰਮ ਕਰ ਦਿਓ ਹਨਾ। ਤੇ ਕਿਸੇ ਦਿਨ ਇਸੇ ਤਰ੍ਹਾਂ ਕਿ ਰਾਤ ਨੂੰ ਲੇਟ ਤੱਕ ਬੈਠ ਗਏ। ਵੈਸੇ ਪਰਿਵਾਰ ਨੂੰ ਵੀ ਸਮਝ ਹੈਗੀ ਆ, ਉਹ ਹੁਣ ਪਹਿਲਾਂ ਤਾਂ ਨਹੀਂ ਸੀ ਪਤਾ ਲੱਗਦਾ ਕਿ ਇੰਨਾ ਲਿਖਣ ਪੜ੍ਹਨ ਤਾਂ ਕੀ ਕੰਮ ਹੋ ਰਿਹਾ, ਪਰ ਜਦੋਂ ਹੁਣ ਪਤਾ ਹੈ ਕਿ ਕੋਈ ਜਦੋਂ ਨਾਵਲ ਸ਼ੁਰੂ ਹੋਇਆ ਹੁੰਦਾ ਤੇ ਮੇਰਾ ਮੂਡ ਹੋਰ ਤਰ੍ਹਾਂ ਦਾ ਹੁੰਦਾ, ਬਿਲਕੁਲ ਜਿਸ ਤਰ੍ਹਾਂ ਦੇ ਮੇਰੇ ਕਿਰਦਾਰ ਚੱਲ ਰਹੇ
ਉਸੇ ਤਰ੍ਹਾਂ ਦੀ ਮੇਰੇ ਬਿਹੇਵੀਅਰ ਹੁੰਦਾ ਦਿਨ 'ਚ। ਤਾਂ ਉਹਨਾਂ ਨੂੰ ਵੀ ਪਤਾ ਹੈ, ਥੋੜਾ ਸਮਝਣ ਜੇ ਲੱਗ ਗਏ, ਐਡਜਸਟ ਕਰ ਲੈਂਦੇ ਨੇ। ਜੀ, ਮੈਨੂੰ ਲੱਗਦਾ ਕਿ ਕਈ ਵਾਰੀ ਐਵੇਂ ਹੁੰਦਾ ਨਾ ਕਿ ਆਪਣੇ ਦਿਮਾਗ ਵਿੱਚ ਕੋਈ ਗੱਲ ਆਉਂਦੀ ਆ ਤੇ ਆਪਾਂ ਰੋਟੀ ਬਣਾ ਰਹੇ ਹੁੰਨੇ ਆ, ਰੋਟੀ ਉੱਥੇ ਛੱਡ ਦੇਈਦੀ ਆ ਕੇ ਲਿਖਣਾ ਸ਼ੁਰੂ ਕਰ ਦੇਈਦਾ। ਹਾਂਜੀ ਨਹੀਂ, ਕਿਉਂਕਿ ਹਾਂ ਕਿਉਂਕਿ ਉਹਦੇ 'ਚ ਉਸ ਇਸ ਤਰ੍ਹਾਂ ਹੁੰਦਾ ਹੈ ਕਿ ਸਤਿੰਦਰ, ਜੇ ਤੁਸੀਂ ਕਵਿਤਾ ਲਿਖਦੇ ਤੁਹਾਡੇ ਮਨ 'ਚ ਕੋਈ ਇਦਾਂ ਦਾ ਖਿਆਲ ਆਇਆ ਕਿ ਜੇ ਉਦੋਂ ਉਸੇ ਤਰ੍ਹਾਂ ਤੁਸੀਂ ਉਹਨੂੰ ਕਲਮਬੱਧ ਕਰ ਲਿਆ ਤਾਂ ਰਹਿ ਜਾਂਦਾ, ਨਹੀਂ ਭੁੱਲ ਜਾਂਦਾ, ਕਿਉਂਕਿ ਸ਼ਬਦਾਂ ਦੀ ਮੌਤ ਇੱਕ ਇਨਸਾਨ ਦੀ ਮੌਤ ਵਰਗੀ ਮੌਤ ਹੁੰਦੀ ਹੈ। ਮੁੜ ਕੇ ਉਹੋ ਜਿਹਾ ਖਿਆਲ ਕਦੇ ਵੀ। ਪਰ ਨਾਵਲ 'ਚ ਥੋੜੀ ਮੈਨੂੰ ਇਹ ਖੁੱਲ੍ਹ ਹੈਗੀ ਆ ਕਿ ਮੈਂ ਥੋੜਾ ਰਿਲੈਕਸੇਸ਼ਨ ਹੈਗੀ ਆ ਕਿ ਮੈਂ ਆਪਣੇ ਕਿਰਦਾਰ ਨੂੰ ਜਿਸ ਤਰ੍ਹਾਂ ਖੜਾ ਲਿਆ, ਉਹ ਮੈਂ ਰੋਟੀ ਪਕਾਉਂਦੇ ਵੀ ਚਾਹੇ ਸੋਚੀ ਜਾਵਾਂ, ਫਿਰ ਉਹਦੀ ਮੈਂ ਸਟੋਰੀ ਨੂੰ ਇੱਕ ਮਾਈਂਡ 'ਚ ਰੱਖ ਕੇ ਉਹਨੂੰ ਕਦੋਂ ਵੀ ਬੈਠ ਕੇ ਲਿਖ ਲੈਂਦੀ। ਤੇ ਮੈਨੂੰ ਇਸ ਤਰ੍ਹਾਂ ਨਹੀਂ ਹੈਗਾ, ਕਿਉਂਕਿ ਉਹ ਤਾਂ ਇੱਕ ਗੱਲ ਦੀ ਤਰ੍ਹਾਂ ਹੈ। ਬਿਲਕੁਲ। ਅੱਛਾ, ਜੇ ਮੈਂ ਅੱਜ ਆਪਣੇ ਕਿਰਦਾਰ ਨੂੰ ਅੱਜ ਮੈਂ ਸ਼ਹਿਰ ਭੇਜਣਾ, ਆਪਣੇ ਘਰ ਵਾਲੀ ਲਈ ਕੁਝ ਲੈ ਕੇ ਆਉਣਾ, ਤੇ ਉਹਨੇ ਆਪਣੀ ਘਰ ਵਾਲੀ ਬਣਾਉਣੀ ਹੈ, ਤਾਂ ਉਹਨੂੰ ਮੈਂ ਬਸ ਇੱਕ ਮਾਈਂਡ 'ਚ ਮੈਂ ਆਪਣੇ ਆਪ ਨੂੰ ਬਹੁਤ ਅੱਛੇ ਮੋਲਡ ਕਰ ਲੈਣਾ। ਬਹੁਤ ਤੇ ਅੱਛੇ। ਇਹਦੇ 'ਚ ਸ਼ਬਦਾਂ ਦਾ ਜਿਹੜਾ ਹੇਰ ਫੇਰ ਚੱਲ ਜਾਂਦਾ ਹੈ। ਬਿਲਕੁਲ ਜੀ। ਤੁਸੀਂ ਕਵਿਤਾ ਵੀ ਲਿਖਦੇ? ਕਵਿਤਾ ਵੀ ਲਿਖ ਲੈਂਦੀ ਆ, ਬਹੁਤ ਘੱਟ, ਪਰ ਹੁਣ ਨਹੀਂ। ਸ਼ੁਰੂਆਤੀ ਦੌਰ 'ਚ ਕਾਫੀ ਲਿਖੀ ਹੈ। ਕੋਈ ਕਵਿਤਾ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ? ਕੁਝ ਲਾਈਨਾਂ ਯਾਦ ਨੇ? ਕੋਸ਼ਿਸ਼ ਕਰਦੀ ਹਾਂ, ਕਿਉਂਕਿ ਮੈਂ ਲਿਖ ਕੇ ਭੁੱਲ ਵੀ ਜਾਂਦੀ ਹਾਂ ਕਿ ਮੇਰੀਆਂ ਲਿਖੀਆਂ ਹੋਈਆਂ। ਪਿੱਛੇ ਜੇ ਇੱਕ ਟੱਪੇ ਵੀ ਲਿਖੇ ਸੀਗੇ, ਤੇ ਸਭ ਤੋਂ ਪਹਿਲੀ ਜਿਹੜੀ ਮੇਰੀ ਕਵਿਤਾ ਸੀ ਉਹਦੀਆਂ ਸ਼ਾਇਦ 2-4 ਲਾਈਨਾਂ ਮੈਂ, ਇਸ ਨਗੂਣੀ ਸ਼ੈ ਨੂੰ ਕਲਮ ਤਾਂ ਫੜਨੀ ਸਿਖਾ, ਕੁਝ ਤਾਂ ਇਲਮ ਦੇ ਕੁਝ ਤਾਂ ਰਮਜ਼ ਦਿਖਾ। ਵਾਹ। ਉਹੀ ਦੇ ਬੰਜਰ ਵਾਂਗ ਬਿਖਰੀ ਹੋਈ ਹਾਂ ਮੈਂ, ਵੈਰਾਨ ਬੀਆਬਾਨ ਵਿੱਚ ਡਰੀ ਹੋਈ ਹਾਂ ਮੈਂ। ਕੁਛ ਐਸੇ ਤਰ੍ਹਾਂ ਸੀ, ਮੈਨੂੰ ਯਾਦ ਨਹੀਂ ਕਿ ਇਸ ਵੀਣਾ ਦੀਆਂ ਤਾਰਾਂ ਵਿੱਚ ਤਾਂ ਰਾਗ ਪਾ, ਕੁਝ ਤਾਂ ਇਲਮ ਦੇ ਰਮਜ਼ ਫੜਾ, ਕੁਝ ਇਸ ਤਰ੍ਹਾਂ। ਬਿਲਕੁਲ ਐਗਜ਼ੈਕਟ ਤਾਂ ਨਹੀਂ ਯਾਦ, ਬਟ 50-60 ਦੇ ਕਰੀਬ। ਅੱਛਾ, ਤੇ ਤੁਸੀਂ ਕੋਈ ਆਪਣੀ ਨਜ਼ਮਾਂ ਦੀ ਕਿਤਾਬ ਵੀ ਬਣਾਉਣੀ ਚਾਹੋਗੇ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਹੜੀ ਚੀਜ਼ ਤੁਸੀਂ ਆਪਦਾ 100% ਦਿੰਦੇ ਹੋ, ਮੈਨੂੰ ਇਹ ਲੱਗਦਾ ਕਿ ਉਹ ਸਿਰਫ ਮੇਰੀ ਵਿਦਾ ਨਾਵਲ ਹੀ। ਬਹੁਤ ਵਧੀਆ। ਨਾਵਲ 'ਚ ਤੇ ਤੁਸੀਂ ਬੜੇ ਸ਼ਾਹਕਾਰ ਨਾਵਲ ਲਿਖੇ, ਬਹੁਤ ਪਰਿਪੱਕ ਤਰੀਕੇ, ਬਹੁਤ ਸੋਹਣੀ ਕਹਾਣੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਹਾਣੀਆਂ ਤੋਂ ਹੀ ਤੁਹਾਨੂੰ ਐਕਸਪੈਂਡ ਹੋ ਗਿਆ, ਅੱਗੋਂ ਚੱਲਦਾ ਗਿਆ, ਤੇ ਨਾਵਲ ਇੱਕ ਬਹੁਤ ਵਧੀਆ। ਇਹ ਵਾਹਿਗੁਰੂ ਦੀ ਮਿਹਰ ਤੁਹਾਡੇ ਤੇ ਬੜੀ ਵਧੀਆ ਰਹੀ। ਤੇ ਹੋਰ ਸ਼ੌਂਕ ਕੀ ਨੇ ਹਰਕਿਰਤ ਤੁਹਾਡੇ? ਸਤਿੰਦਰ, ਵੈਸੇ ਸ਼ੌਂਕ ਮੇਰੇ, ਜਦੋਂ ਵੀ ਮੈਂ ਕੁਝ ਕਰਦੀ, ਮੈਂ ਮਤਲਬ ਕਮਲਿਆਂ ਦੀ ਤਰ੍ਹਾਂ ਹੀ ਕਰਦੀ ਹਾਂ। ਬੜੀ ਦੇਰ ਪਹਿਲਾਂ ਮੈਨੂੰ ਹੋਇਆ ਸੀ ਕਿ ਮੈਂ ਨਿਟਿੰਗ ਕਰਨਾ ਮੈਨੂੰ ਬਹੁਤ ਅੱਛਾ ਲੱਗਦਾ ਸੀ। ਅੱਛਾ। ਹਟਦੀ ਨਹੀਂ ਸੀ। ਫਿਰ ਮੈਂ ਐਮਬਰੋਇਡਰੀ, ਕੋਈ ਵੀ ਤਰ੍ਹਾਂ ਦੀ ਐਮਬਰੋਇਡਰੀ ਨਹੀਂ ਛੱਡੀ ਜਿਹੜੀ ਮੈਂ ਨਹੀਂ ਵੈਰੀ ਗੁੱਡ, ਵੈਰੀ ਗੁੱਡ। ਸ਼ੈਡੋ ਵਰਕ, ਤੁਲਾ ਫੁਲਕਾਰੀ ਕੀ, ਕ੍ਰਾਸ ਸਟਿਚ ਕੀ, ਬਹੁਤ ਅੱਛੇ। ਹਰ ਇੱਕ ਚੀਜ਼ ਉਹਦੇ 'ਚ। ਫਿਰ ਉਹ ਘਰ 'ਚ ਵੀ ਪਤਾ ਲੱਗ ਜਾਂਦਾ ਸੀ, ਸਾਰੇ ਜਗ੍ਹਾ ਕੰਮ ਦਾ ਪੂਰਾ ਕਰ ਕਲੇਰ ਲੈਂਦੀ ਪਾਈ ਹੁੰਦੀ ਸੀ। ਹਾਂਜੀ। ਤੇ ਪਰ ਫਿਲਹਾਲ ਮੇਰੇ ਜਿਹੜੇ ਸ਼ੌਂਕ ਨੇ, ਅਜੇ ਤਾਂ ਲਿਖਣ ਪੜ੍ਹਨ ਹੀ ਚੱਲ ਰਿਹਾ ਕਾਫੀ ਦੇਰ ਤੋਂ। ਇਹ ਮੇਰਾ ਸ਼ੌਂਕ, ਇਹ ਸ਼ੌਂਕ ਸਭ ਤੋਂ ਸਦੀਵੀ ਹੋ ਚੁੱਕਿਆ। ਬਿਲਕੁਲ, ਇਹ ਹੁਣ ਤੁਹਾਡੇ ਨਾਲ ਬੱਝ ਗਿਆ ਤੁਹਾਡਾ। ਬਿਲਕੁਲ, ਇਹ ਸ਼ੌਂਕ ਹੁਣ ਹਰਕਿਰਤ ਬਣ ਗਿਆ। ਬਿਲਕੁਲ ਬਿਲਕੁਲ ਜੀ। ਤੇ ਦੇਖੋ, ਹਰ ਇਨਸਾਨ ਜਿਹੜਾ ਉਹ ਹਰ ਘੜੀ ਸਫ਼ਰ ਤੇ ਜਾਂਦਾ, ਕੁਛ ਵੇਖਦਾ, ਕੁਛ ਬਹੁਤ ਕੁਛ ਭਾਲਦਾ ਵੀ ਮੈਨੂੰ ਕੁਝ ਲੱਭੇ ਇੱਥੋਂ। ਆਮ ਲੋਕ ਫਿਰ ਤੁਰ ਕੇ ਆ ਜਾਂਦੇ ਆ, ਪਰ ਜੋ ਸੰਵੇਦਨਸ਼ੀਲ ਤੁਹਾਡੀ ਤਰ੍ਹਾਂ ਲੋਕ ਨੇ, ਉਹ ਨਿੱਕੀ ਜਿਹੀ ਚੀਜ਼ ਵਿੱਚੋਂ ਵੀ ਬਹੁਤ ਕੁਛ ਲੱਭ ਲੈਂਦੇ ਨੇ, ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਕਲਮ 'ਚ ਬੰਦ ਕਰਦੇ ਨੇ। ਇੱਕ ਬਹੁਤ ਵੱਡੀ ਗੱਲ ਹੈ ਇਹ। ਔਰ ਇੱਕ ਖਾਸ ਕਰ ਮੈਂ ਤਾਂ ਕਹੂੰਗੀ ਕਿ ਇਹ ਨਹੀਂ ਮੈਂ ਕਹਿ ਰਹੀ ਕਿ ਔਰਤ ਮਰਦ ਨੂੰ ਕਮਜ਼ੋਰ ਹੈ ਜਾਂ ਇੰਝ ਹੈ, ਬਟ ਇੱਕ ਔਰਤ ਹੋਣ ਦੇ ਨਾਤੇ ਇੰਨੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਤੁਸੀਂ ਏਡੇ ਵਧੀਆ ਨਾਵਲ ਲਿਖਦੇ। ਤੁਹਾਡੇ ਘਰਦਿਆਂ ਨੂੰ ਵੀ, ਭਾਈ ਸਾਹਿਬ ਨੂੰ ਬਹੁਤ ਖੁਸ਼ੀ ਬੱਚਿਆਂ ਨੂੰ ਹੋਏਗੀ ਜਦ ਤੁਹਾਨੂੰ ਇੱਕ ਬਹੁਤ ਵੱਡਾ ਅਵਾਰਡ ਮਿਲਿਆ। ਵੈਸੇ ਤਾਂ ਤੁਹਾਨੂੰ ਪਾਕਿਸਤਾਨ 'ਚ ਵੀ ਤੁਹਾਡੇ ਨਾਵਲਾਂ ਨੂੰ ਬਿਹਤਰੀਨ ਨਾਵਲਾਂ ਦੇ ਅਵਾਰਡ ਕਾਫੀ ਮਿਲੇ ਨੇ, ਕਾਫੀ ਮਿਲੇ ਨੇ। ਜੇ ਤੁਹਾਡੇ ਮਾਨ ਸਨਮਾਨਾਂ ਦੀ ਗੱਲ ਕਰੀਏ ਤਾਂ ਬਹੁਤ ਲੰਬੀ ਲਿਸਟ ਹੈ ਹਰਕਿਰਤ ਮੇਰੇ ਪਾਸ। ਬਹੁਤ ਮਾਨ ਸਨਮਾਨ ਨੇ ਤੁਹਾਡੇ। ਤੇ ਤੁਹਾਡੇ ਘਰਦਿਆਂ ਨੇ ਉਦੋਂ ਕੀ ਮਹਿਸੂਸ ਕੀਤਾ, ਇਹ ਦੱਸੋ ਮੈਨੂੰ, ਫੈਮਿਲੀ ਨੇ? ਨਹੀਂ, ਬਹੁਤ ਮਾਣ ਵਾਲੀ ਗੱਲ। ਫਾਦਰ ਸਾਹਿਬ ਮੇਰੇ ਸਭ ਤੋਂ ਪਹਿਲੇ ਰੀਡਰ ਹੁੰਦੇ ਨੇ ਜਿਹੜੇ ਮੈਨੂੰ ਪੜ੍ਹਦੇ ਨੇ, ਤੇ ਕਈ ਵਾਰੀ ਇੰਨੇ ਇਮੋਸ਼ਨਲ ਹੋ ਜਾਂਦੇ ਨੇ ਕਿ ਮੇਰੇ ਸਾਹਮਣੇ ਨਹੀਂ ਪੜ੍ਹਦੇ, ਤੇ ਉਹਨਾਂ ਦੇ ਲਫ਼ਜ਼ਾਂ ਚੋਂ ਹੀ ਮੈਨੂੰ ਪਤਾ ਲੱਗ ਜਾਂਦਾ ਕਿੰਨਾ ਉਹਨਾਂ। ਬਿਲਕੁਲ। ਮੇਰੇ ਹਸਬੈਂਡ ਵੀ, ਉਹਨਾਂ ਨੇ ਮੇਰੀਆਂ ਤਕਰੀਬਨ ਸਾਰੀਆਂ ਕਿਤਾਬਾਂ ਪੜ੍ਹੀਆਂ, ਜਦ ਕਿ ਉਹ ਸਾਹਿਤ ਦੇ ਨੇ। ਫਿਰ ਤੁਹਾਨੂੰ ਕੁਝ ਗਾਈਡ ਵੀ ਕਰਦੇ ਨੇ, ਇਸ ਤਰ੍ਹਾਂ ਲਿਖੋ ਜਾਂ ਲਿਖੋ? ਨਹੀਂ, ਜੇ ਕਦੇ ਮੈਂ ਹੀ ਬੈਠ ਕੇ ਗੱਲ ਕਰਾਂ, ਈਵਨ ਬੱਚਿਆਂ 'ਚ ਵੀ, ਕਿਸ ਚੀਜ਼ ਨੂੰ ਜਿੱਦਾਂ ਲਿਖਿਆ ਕਿਵੇਂ ਲੱਗਦਾ, ਤਾਂ ਜਿਸ ਆਪਦੀ ਬੈਸਟ ਆਫ ਕੈਪੈਸਿਟੀਜ਼ ਨਾਲੋਂ ਮੈਨੂੰ ਬੇਟੀ ਮੇਰੀ ਕਾਫੀ ਸੁਝਾਅ ਦੇ ਦਿੰਦੀ ਹੈ। ਬਾਕੀ
ਹੁਣ ਇਹ ਵਿਦਾ ਏਡੀ ਵੱਡੀ ਹੋਣ ਕਰਕੇ ਪੂਰਾ ਨਾਵਲ ਹਾਂ। ਨਾ ਪੜਾਇਆ ਜਾ ਸਕਦਾ ਨਾ discuss ਕਰ ਸਕਦਾ, but ਬਿਲਕੁਲ ਬਿਲਕੁਲ ਕਈ ਇਸ਼ੂਜ਼ ਦੇ ਉੱਤੇ ਜਿਵੇਂ ਮੈਡੀਕਲ ਪੁਆਇੰਟ ਆਫ View ਤੇ ਜਿਹੜਾ ਮੇਰਾ ਹੁਣ ਨਵਾਂ ਨਾਵਲ ਆਉਣਾ ਉਹਦੇ ਵਿੱਚ ਮੈਂ ਕਾਫੀ ਉਹਦੇ ਚ ਮੈਡੀਕਲ ਸਾਇੰਸਿਸ ਦੀ ਨੌਲੇਜ ਹੋਣੀ ਚਾਹੀਦੀ ਸੀ ਜਿਹੜੇ ਟੌਪਿਕ ਨੂੰ ਅੱਛਾ ਕਿ ਹੁਣ ਤੁਹਾਡਾ ਕਿਹੜਾ ਨਾਵਲ ਆ ਰਿਹਾ ਇਸ ਤੋਂ? ਉਹਦਾ ਟਾਈਟਲ ਅਜੇ ਮੈਂ ਫਿਲਹਾਲ ਫਾਈਨਲ ਨਹੀਂ ਕੀਤਾ, ਬਟ ਜੀ। ਉਹ ਕੈਨੇਡਾ ਦੀ ਧਰਤੀ ਤੇ ਰਹਿੰਦੇ ਲੋਕਾਂ ਨਾਲ ਸੰਬੰਧਿਤ ਹੈਗਾ, ਪੰਜਾਬੀ ਲੋਕਾਂ ਦੇ ਅੱਛਾ ਨਾਲ। ਜੀ, ਅੱਛਾ ਅੱਛਾ ਤੇ ਉਹਦੇ ਵਿੱਚ ਮੈਂ ਉਹ ਮੈਡੀਕਲ ਸਾਇੰਸ ਦੇ ਨਾਲ ਰਿਲੇਟਡ ਐਬਨੋਰਮਲ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਜੈਨੇਟਿਕਸ ਤੇ ਗੱਲ ਕਰਨੀ ਸੀ, ਤਾਂ ਉਹ ਮੈਂ ਕਦੇ ਵਾਰੀ ਆਪਣੀ ਬੇਟੀ ਨੂੰ ਪੁੱਛ ਲੈਂਦੀ ਆ। ਕਈ ਵਾਰੀ ਮੈਨੂੰ ਲੀਗਲ, ਜਿਵੇਂ ਲੀਗਲ ਇਸ਼ੂਜ਼ ਨੂੰ ਤੁਸੀਂ ਲਿਖਦੇ ਹੋ, ਕੈਨੇਡੀਅਨ ਲਾਜ਼ ਨੂੰ ਲਿਖਦੇ ਹੋ, ਫਿਰ ਤੁਹਾਨੂੰ ਕਦੇ ਕਿਸੇ ਨਾਲ ਗੱਲ ਕਰਦੇ ਹੋ, ਤਾਂ ਸੁਝਾਅ ਤਾਂ ਲੈਂਦੇ ਰਹੀਦਾ, ਤੇ ਸਾਰੇ ਜਿੰਨੇ ਪਤਾ ਹੈ ਉਹ ਆਪਣਾ ਮੈਨੂੰ ਹਿੱਸਾ ਪਾਉਂਦੇ ਨੇ ਜੀ। ਚੰਗਾ ਲੱਗਦਾ ਉਹਨਾਂ ਨੂੰ, ਬਹੁਤ ਮੈਨੂੰ ਐਪਰੀਸ਼ੀਏਟ ਕਰਦੇ ਆ। ਅਜੇ ਕਿੱਥੇ ਕੁ ਪਹੁੰਚਿਆ ਤੁਹਾਡਾ ਨਾਵਲ? ਉਹ ਖਤਮ ਹੋ ਚੁੱਕਿਆ ਜੀ, ਬਸ ਉਹ ਹੁਣ ਮੈਂ ਅੱਛਾ। ਹੁਣ ਥੋੜੇ ਜ਼ਿੰਦਗੀ ਦੇ ਰੁਝੇਵਿਆਂ ਤੋਂ ਖਤਮ ਹੋ ਕੇ ਉਹਨੂੰ ਮੈਂ 2 ਵਾਰ ਲਿਖ ਚੁੱਕੀ ਹਾਂ, ਤੇ ਤੀਸਰੀ ਵਾਰ ਇੱਕ ਵਾਰ ਫਿਰ ਫਾਈਨਲ ਟੱਚ ਦੇ ਹੋਪਫੁਲੀ 2022 ਦੇ ਪਾਠਕਾਂ ਦੇ ਕਰਕੇ। ਬਹੁਤ ਅੱਛਾ ਜੀ, ਬਹੁਤ ਵਧੀਆ, ਬਹੁਤ ਵਧੀਆ। ਅਸੀਂ ਵੀ ਤੁਹਾਡੇ ਕੁਝ ਕਿਤਾਬਾਂ ਸਾਡੀਆਂ ਹੈ ਤੁਹਾਡੇ ਪਾਸ, ਅਸੀਂ ਤੁਹਾਡੀਆਂ ਸਾਰੀਆਂ ਕਿਤਾਬਾਂ ਤੁਹਾਡੇ ਕੋਲ ਲੈਣਾ ਚਾਹਾਂਗੇ ਔਰ ਪੜ੍ਹਨਾ ਚਾਹਾਂਗੇ। ਇਹ ਬਹੁਤ ਹੀ ਵਧੀਆ। ਇਹ ਮੈਂ ਤੇ ਕਹੂੰਗੀ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਵੀ ਨੇ ਇਹਦੇ ਵਿੱਚ। ਮੇਰੇ ਸੇਧ ਦੇਣ ਹਿਸਾਬ ਨਾਲ ਵਾਲੀਆਂ। ਸਿੰਦਰ ਜਿਹੜਾ ਸਾਹਿਤ ਆ ਉਹ ਹੋਣਾ ਹੀ ਹਾਂ ਇੱਕ ਸੇਧ ਦਿਖਾਉਣ ਵਾਲੀ ਇੱਕ ਚੀਜ਼ ਹੋਣਾ ਚਾਹੀਦਾ, ਨਾ ਕਿ ਇੰਟਰਟੇਨਮੈਂਟ ਉਦੋਂ ਬਿਲਕੁਲ। ਬਣਦਾ ਜਦੋਂ ਤੁਹਾਨੂੰ ਪੜ੍ਹਨ ਦਾ ਸ਼ੌਕ ਆ, ਤੁਸੀਂ ਨਵਾਂ ਕੁਝ ਸਿੱਖਦੇ ਹੋ, ਉਹ ਤੁਹਾਨੂੰ ਇਟ ਸੈਲਫ ਇੰਟਰਟੇਨਮੈਂਟ ਬਣ ਜਾਂਦਾ। ਬਟ ਜਿਹੜਾ ਮੈਂ ਕਹਿੰਦੀ ਹਾਂ ਕਿ ਵਲਗੈਰਿਟੀ ਨੂੰ ਪਰੋਸ ਕੇ ਲੋਕ ਪੜ੍ਹਨਾ ਚਾਹੁੰਦੇ ਨੇ ਜਾਂ ਇੰਟਰਟੇਨਮੈਂਟ ਸਮਝਦੇ ਨੇ, ਉਹ ਸਾਡੀ ਜਿਹੜੀਆਂ ਅਗਲੀਆਂ ਪੀੜ੍ਹੀਆਂ ਦੇ ਲਈ ਕਾਫੀ ਨੁਕਸਾਨਦੇਹ ਹੋ ਜਾਂਦਾ। ਗੱਲ ਚੰਗੀ ਮਾੜੀ ਸਾਰੀ ਹੀ ਕੀਤੀ ਜਾ ਸਕਦੀ ਹੈ, ਬੜੀ ਸਲੀਕੇ ਨਾਲ ਕੀਤੀ ਜਾ ਸਕਦੀ ਹੈ, ਤੇ ਕਲਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਿਲਕੁਲ ਉਹ ਇਸ ਤਰ੍ਹਾਂ ਪੇਸ਼ ਕਰਨ ਕਿ ਹਰ ਪੇਰੈਂਟਸ ਸੋਚੇ ਮੇਰੀ ਧੀ ਜਾਂ ਮੇਰਾ ਪੁੱਤ ਇਹ ਨਾਵਲ ਪੜ੍ਹ ਰਿਹਾ ਬੈਠ ਕੇ, ਹਾਂ ਤਾਂ ਇਸ ਚੋਂ ਕੁਝ ਨਿਕਲੇਗਾ, ਕਿਸੇ ਨੂੰ ਕੁਝ ਬਿਲਕੁਲ ਚੰਗੀ ਸੇਧ ਬਿਲਕੁਲ ਹੀ ਆਏਗੀ, ਨਾ ਬਿਲਕੁਲ ਕਿ ਇਹਦੇ ਵਿੱਚੋਂ ਸਿਰਫ ਇੱਕ ਸਵਾਦ ਹੀ ਮਿਲੇ। ਬਿਲਕੁਲ ਬਿਲਕੁਲ। ਔਰ ਜੇ ਅਸੀਂ ਇਹਨੂੰ ਆਪਣੀ ਅੱਛੀ ਤਰੀਕੇ ਨਾਲ ਪੜਾਂਗੇ ਤੇ ਸਾਨੂੰ ਕੁਝ ਚੰਗੀਆਂ ਗੱਲਾਂ ਜ਼ਰੂਰ ਇਹਦੇ ਚੋਂ ਮਿਲਣਗੀਆਂ। ਜਿਸ ਤਰ੍ਹਾਂ ਮੈਂ ਤੇ ਮਹਿਸੂਸ ਕੀਤਾ ਹੈ, ਵੈਸੇ ਇਹ ਗੱਲ ਦਾ ਪੱਕੀ ਗੱਲ ਹੈ ਕਿ ਤੁਹਾਡੀ ਹਰ ਕਿਤਾਬ ਦੇ ਵਿੱਚ ਸੇਧ ਹੈ। ਮਤਲਬ ਹਰ ਕਿਤਾਬ ਦੇ ਵਿੱਚ ਕੁਛ ਨਾ ਕੁਛ ਪੋਜ਼ਿਟਿਵਿਟੀ ਬੰਦਾ ਹਾਸਲ ਕਰਦਾ ਕਿ ਬਹੁਤ ਵਧੀਆ ਹੈ। ਤੇ ਹੁਣ ਸਾਡਾ ਥੋੜਾ ਸਮਾਂ ਖਤਮ ਹੋਣ ਜਾ ਰਿਹਾ ਹੈ। ਬਹੁਤ ਸ਼ੁਕਰੀਆ ਹਰਕੀਰਤ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੱਕ ਤਾਂ ਪੰਜਾਬ ਦੇ ਜੰਪਲ 7 ਸਮੁੰਦਰਾਂ ਪਾਰ ਕੈਨੇਡਾ ਦੀ ਧਰਤੀ ਤੇ ਬੈਠ ਕੇ ਆਪਣੀ ਮਾਂ ਬੋਲੀ ਲਈ ਇੰਨਾ ਪਿਆਰ ਤੇ ਇੰਨਾ ਸਤਿਕਾਰ, ਤੇ ਤੁਸੀਂ ਕੈਨੇਡਾ ਵਿੱਚ ਬੈਠ ਕੇ ਵੀ ਬਹੁਤ ਸਾਰੇ ਸਾਹਿਤ ਸਮਾਗਮ ਵੀ ਕਰਦੇ ਜੇ। ਕੈਨੇਡਾ ਆਪਣੇ ਸਰੀ ਚ, ਵੈਨਕੂਵਰ ਤੇ ਐਬਸਫੋਰਡ ਚ ਵੀ ਬਹੁਤ ਸਾਰੇ ਆਪਣੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਤੁਸੀਂ ਬਹੁਤ ਨਿਵੇਕਲੇ ਉਪਰਾਲੇ ਕਰਦੇ ਜੇ। ਇਸ ਲਈ ਵੀ ਤੁਸੀਂ ਵਧਾਈ ਦੇ ਬਹੁਤ ਪਾਤਰ ਹੋ। ਇਹ ਮੈਨੂੰ ਲੱਗਦਾ ਕਿ ਸਮਾਂ ਥੋੜਾ ਪੈ ਗਿਆ ਤੇ ਹਰਕੀਰਤ ਨੂੰ ਅਸੀਂ ਹੋਰ ਬਹੁਤ ਕੁਝ ਇਹਦੇ ਕੋਲ ਸੁਣਨਾ ਸੀ। ਇੱਕ ਵੱਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜ਼ਿਆਦਾ ਵਿਸਥਾਰ ਨਾਲ ਸੁਣਾਂਗੇ। ਅੱਜ ਤੁਹਾਡੀ ਇਸ ਤਰ੍ਹਾਂ ਦੀ ਰੂਬਰੂ ਅਸੀਂ ਕਰ ਲਈ ਤੇ ਬਹੁਤ ਸ਼ੁਕਰੀਆ। ਬਹੁਤ ਹੀ ਸਾਰੇ ਸਾਡੇ ਸੱਜਣਾ ਮਿੱਤਰਾਂ ਦੇ ਪਿਆਰ ਭਰੇ ਸੁਨੇਹੇ ਆ ਰਹੇ ਨੇ ਤੇ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਅਜ਼ੀਜ਼ ਦੋਸਤ ਜਿਹੜੇ ਸਾਡੇ ਲਈ ਸਮਾਂ ਕੱਢਦੇ, ਸਾਡੇ ਪ੍ਰੋਗਰਾਮ ਨੂੰ ਸੁਣਦੇ, ਉਹਨਾਂ ਦੇ ਹੌਸਲੇ ਦੇ ਸਿਰ ਤੇ ਹੀ ਸਾਡੇ ਪ੍ਰੋਗਰਾਮ ਅੱਗੇ ਵਧਦੇ ਨੇ। ਤੇ ਬਹੁਤ ਬਹੁਤ ਸ਼ੁਕਰੀਆ ਹਰਕੀਰਤ ਜੀ ਤੁਹਾਡਾ। ਤੇ ਤੁਹਾਡੀਆਂ 2 ਲਾਈਨਾਂ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਤਪਦੇ ਰੇਗਿਸਤਾਨ ਦੇ ਵਿੱਚ ਟਾਵਾਂ ਟਾਵਾਂ, ਉਦਮ ਦੇ ਟਿੱਬਿਆਂ ਵਿੱਚ ਗੁਲਜ਼ਾਰਾਂ ਦਾ ਸਿਰਨਾਮਾ। ਤੇ ਮੈਂ ਅੰਤ ਦੇ ਉੱਪਰ ਰੇਡੀਓ ਰੰਗ FM, ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ, ਜਿਨ੍ਹਾਂ ਦੇ ਨਾਲ ਅਸੀਂ ਮਿਲ ਕੇ ਪ੍ਰੋਗਰਾਮ ਕਰ ਰਹੇ ਹਾਂ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ। ਤੇ ਮੈਂ ਸਾਹਿਤ ਅਕੈਡਮੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਇਸ ਤਰ੍ਹਾਂ ਦੇ ਨਾਵਲ, ਜਿਹੜੇ ਵਧੀਆ ਨਾਵਲਕਾਰਾਂ ਦੇ, ਕਹਾਣੀਕਾਰਾਂ ਦੀ ਕਿਤਾਬਾਂ ਨੇ, ਉਹਨਾਂ ਦੇ ਲਈ ਇੱਕ ਸਪੈਸ਼ਲ ਲਾਇਬ੍ਰੇਰੀ ਬਣਵਾਈ ਜਾਏ ਤੇ ਸਕੂਲ ਕਾਲਜਾਂ ਵਿੱਚ ਇਹ ਕਿਤਾਬਾਂ ਨੂੰ ਰਿਕਮੈਂਡ ਕੀਤਾ ਜਾਏ, ਤਾਂ ਕਿ ਬੱਚੇ ਇਹਨਾਂ ਨੂੰ ਪੜ੍ਹਨ, ਉਹਨਾਂ ਦੀ ਈਜ਼ੀ ਅਪਰੋਚ ਵਿੱਚ ਹੋਣ ਤੇ ਉਹ ਇਹਨਾਂ ਨੂੰ ਪੜ੍ਹ ਕੇ ਇਹਨਾਂ ਨੂੰ ਮੰਨਣ। ਬਹੁਤ ਬਹੁਤ ਸ਼ੁਕਰੀਆ ਹਰਕੀਰਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਰੇਡੀਓ ਰੰਗ FM ਦੀ ਪੂਰੀ ਟੀਮ ਦਾ, ਦੀਪ ਸੰਧੂ ਜੀ ਦਾ, ਕੋਮਲ ਜਿਹੜੀ ਬੈਕ ਤੇ ਸਾਰਾ ਪ੍ਰੋਗਰਾਮ ਹੈਂਡਲ ਕਰ ਰਹੇ ਆ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਫਿਰ ਮਿਲਾਂਗੇ ਹਰਕੀਰਤ ਜ਼ਰੂਰ। ਤੇ ਵਾਹਿਗੁਰੂ ਆਪਦੀ ਕਲਮ ਨੂੰ ਇਸ ਤੋਂ ਵੀ ਜ਼ਿਆਦਾ ਤਾਕਤ ਬਖਸ਼ੇ ਤੇ ਹੋਰ ਇਸ ਤੋਂ ਵੀ ਦਿਨ ਬ ਦਿਨ ਵਧੀਆ ਲਿਖੋ ਤੇ ਹੋਰ ਬਹੁਤ ਸਾਰੇ ਮਾਨ ਸਨਮਾਨ ਹਾਸਲ ਕਰਕੇ ਔਰਤਾਂ ਦਾ ਨਾਮ ਸੰਸਾਰ ਵਿੱਚ ਇਵੇਂ ਰੋਸ਼ਨ ਕਰੋ। ਬਹੁਤ ਸ਼ੁਕਰੀਆ ਹਰਕੀਰਤ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
रंग 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 FM, रंग 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 FM। चुप नू भी हुण बोल मिले ने, सत्ते बूहे खोल मिले ने। हर चानण दा जाया ओ जिंदगी संग बोलूगा, हुण रंग बोलूगा।